सारी संगत जी को नमस्ते, सभी को प्यार बहुत सारा, सभी को जय गुरु जी। और आज हमारे बीच डोगरा अंकल हैं। बिना और किसी विलंब के मैं माइक उन्हीं को देती हूँ ताकि हम उनसे गुरु जी की महिमा सुन सकें। डोगरा अंकल, जय गुरु जी। आपका बहुत बहुत स्वागत अंकल। जय गुरु जी, जय गुरु जी। बहुत बहुत मुबारक गुरु जी ਨੂੰ ਬੁਲਾਉਣ ਦਾ। ਪੰਜਾਬੀ ਸਮਝ ਲੈਂਦੇ ਹੋ ਸਾਰੇ? ਅੱਛਾ, ਕਿਉਂਕਿ ਅਗਰ ਜੇ ਕੁਝ ਹੋਰ ਬੋਲਾਂ ਲੈਂਗੁਏਜ ਤਾਂ ਮੈਂ ਬੋਲ ਨਹੀਂ ਪਾਉਂਦਾ। ਸ਼ਾਇਦ ਮਹਾਰਾਜ ਦਾ ਹੁਕਮ ਹੁੰਦਾ ਹੈ ਏਦਾਂ ਹੀ। तो बहुत बहुत मुबारਕਾਂ और खास तौर ਤੇ ਇਹ ਜਿਹੜੀ ਸੇਵਾ ਹੈ ਸਭ ਨੂੰ ਇਕੱਠੇ ਕਰ ਲੈਣਾ ਇਹ ਬਹੁਤ ਵੱਡੀ ਔਰ ਬਹੁਤ ਉੱਤਮ ਸੇਵਾ ਹੈ। ਤੇ ਬੜੀ ਮੁਸ਼ਕਿਲ ਦੇ ਨਾਲ ਇਹ ਸੇਵਾ ਗੁਰੂ ਜੀ ਬਖਸ਼ਦੇ ਆ। ਸੇਵਾ ਸਾਨੂੰ ਸਭ ਗੁਰੂ ਜੀ ਹੀ ਬਖਸ਼ਦੇ ਨੇ। ਲੇਕਿਨ ਇਹ ਸੇਵਾ ਜਿਹੜੀ ਹੈ ਜਿਹੜੀ ਹੈ ਭਾਗਿਆਸ਼ਾਲੀ ਹੈ, ਭਾਗਿਆਵਾਨ ਜਿਨ੍ਹਾਂ ਨੂੰ ਇਹ ਸੇਵਾ ਮਿਲਦੀ ਹੈ। ਸਤਸੰਗ ਨੂੰ ਜਿਹੜਾ ਪੂਰਾ ਆਰਗੇਨਾਈਜ਼ ਕਰਨਾ, ਸਤਸੰਗ ਨੂੰ ਉਹ ਗੱਲ ਅਲੱਗ ਹੈ ਕਿ ਸੰਗਤ ਨੂੰ ਗੁਰੂ ਜੀ ਖੁਦ ਲੈ ਕੇ ਆਉਂਦੇ। ਸੰਗਤ ਨੂੰ ਕੋਈ ਇਨਵੀਟੇਸ਼ਨ ਕਿਸੇ ਦਾ ਨਹੀਂ, ਬੋਲ ਜ਼ਰੂਰ ਦਿਓਗੇ ਲੇਕਿਨ ਲੈ ਕੇ ਉਹਨਾਂ ਨੇ ਆਣਾ ਹੈ। ਔਰ ਕਈ ਵਾਰ ਇਦਾਂ ਹੁੰਦਾ ਕਿ ਅਗਰ ਜੇ ਤੁਸੀਂ ਕਈ ਲੋਕਾਂ ਨੂੰ ਨਿਯੋਤਾ ਦੇ ਦਿਓ ਲੇਕਿਨ ਉਹ ਪਹੁੰਚ ਹੀ ਨਹੀਂ ਪਾਉਂਦੇ ਕਿਉਂਕਿ ਗੁਰੂ ਜੀ ਦੀ ਮਰਜ਼ੀ ਨਹੀਂ। ਇਹ ਸਾਰਾ ਜੋ ਹੈ ਸੰਗਤ ਗੁਰੂ ਜੀ ਨੇ ਲੈ ਕੇ ਆਣੀ ਹੈ ਕਿਉਂਕਿ ਸੰਗਤ ਗੁਰੂ ਜੀ ਦੀ ਹੈ। ਔਰ ਸੇਵਾ ਦੇ ਬਾਰੇ ਚ ਇਹ ਬੜੇ ਸਬੱਬਾਂ ਦੇ ਨਾਲ ਇਹ ਸੇਵਾ ਜਿਹੜੀ ਹੈ ਜੋ ਭੱਟ ਆਂਟੀ ਤੁਸੀਂ ਆਪਣਾ ਜਿਹੜਾ ਹੈ ਤੁਹਾਨੂੰ, ਕਿਉਂਕਿ ਮੇਰਾ ਖਿਆਲ ਇੱਕ ਦੋ ਵਾਰੀ ਅੱਜ ਵੀ ਮੇਰੀ ਗੱਲ ਹੋਈ ਸਵੇਰੇ। ਹੁਣ ਇਹ ਦੇਖੋ ਕਿਹੜੀ ਜਗ੍ਹਾ ਦੇ ਉੱਤੇ ਗੁਰੂ ਜੀ ਦਾ ਹੀ ਇੱਕ ਦੇਖੋ ਇਹਨੂੰ ਚਾਹੇ ਇਦਾਂ ਕਹਿ ਲਈਏ ਟੈਕਨੋਲੋਜੀ ਐਡਵਾਂਸ ਹੈ ਜਾਂ ਵਟਐਵਰ ਜੋ ਵੀ ਹੈ, ਬਟ ਸਾਰੀਆਂ ਟੈਕਨੋਲੋਜੀਆਂ ਸਾਰੇ ਟੈਕਨੀਸ਼ੀਅਨ ਫੇਲ ਹੋ ਜਾਂਦੇ ਆ। ਜਿਹੜੀ ਜਗ੍ਹਾ ਦੇ ਉੱਤੇ ਫੇਲ ਹੋ ਜਾਂਦੇ ਉੱਥੇ ਸਾਡੇ ਗੁਰੂ ਜੀ ਜਿਹੜਾ ਹੈ ਉਹਨਾਂ ਦੀ ਉਹ ਸਭ ਨੂੰ ਜਿਹੜਾ ਹੈ ਸਭ ਸਹੀ ਕਰ ਦਿੰਦੇ ਆ। ਇੱਕਦਮ ਕਿੰਨੀ ਦੂਰ ਬੈਠੇ ਆ, ਪਤਾ ਨਹੀਂ ਕਿੰਨੇ ਲੋਕ ਆਪਸ ਵਿੱਚ ਜੁੜੇ ਹੋਏ ਆ ਔਰ ਆਪਸ ਦੇਖੋ ਕਿੱਦਾਂ ਇੱਕ ਦੂਸਰੇ ਦੇ ਰੂਬਰੂ ਹਾਂ ਅਸੀਂ। ਸੋ ਬਾਰ-ਬਾਰ ਇਹੀ ਕਿ ਮੁਬਾਰਕਾਂ ਇਹਨਾਂ ਨੂੰ ਬਹੁਤ-ਬਹੁਤ ਗੁਰੂ ਜੀ ਨੂੰ ਬੁਲਾਉਣ ਦੀਆਂ। ਕੁਛ ਅਲੱਗ-ਅਲੱਗ ਤਰੀਕੇ ਦੇ ਨਾਲ ਅਸੀਂ ਸਾਰੇ ਜਿਹੜਾ ਹੈ ਅੱਜ ਆਪਣੀ ਕਰਨਾ ਸ਼ੁਰੂ ਹੋ ਗਏ ਆ। ਕੋਈ ਬੁਰਾ ਨਾ ਮੰਨੇ ਮੇਰੀ ਗੱਲ ਦਾ, ਲੇਕਿਨ ਜੋ ਗੁਰੂ ਜੀ ਨੇ ਇੱਕ ਡੈਕੋਰਮ ਬਣਾਇਆ ਉਹਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਕਹਿੰਦੇ ਪਗਡੰਡੀ ਤਾਂ ਉਹ ਫੜ ਲਈ ਜਿਹੜੀ ਗੁਰਾਂ ਵੱਲ ਚੱਲਦੀ ਹੈ, ਲੇਕਿਨ ਉਹਦੇ ਵਿੱਚ ਆਪਣਾ ਹੀ ਚਲਾਣਾ ਸ਼ੁਰੂ ਹੋ ਗਏ ਔਰ ਆਪਣਾ ਚਲਾ ਕੇ ਫਿਰ ਇਹ ਕਹਿਣਾ ਸ਼ੁਰੂ ਹੋ ਗਏ ਮੈਨੂੰ ਗੁਰੂ ਜੀ ਕਹਿੰਦੇ। ਕਰ ਖੁਦ ਰਹੇ ਆ ਲੇਕਿਨ ਕਹਿੰਦੇ ਆ ਅਸੀਂ ਗੁਰੂ ਜੀ ਕਹਿ ਰਹੇ। ਸੋ ਅਗਰ ਜੇ ਉਸ ਪਗਡੰਡੀ ਨੂੰ ਪਕੜ ਕੇ ਚੱਲਾਂਗੇ ਜਿਹੜੀ ਗੁਰੂ ਜੀ ਨੇ ਸਾਨੂੰ ਦੱਸੀ, ਮੈਨੂੰ ਵੀ ਗੁਰੂ ਜੀ ਕਹਿੰਦੇ ਨੇ, ਸਭ ਨੂੰ ਗੁਰੂ ਜੀ ਕਹਿੰਦੇ ਨੇ, ਕੋਈ ਦੋ ਰਾਏ ਨਹੀਂ ਹੈ ਇਹਦੇ ਵਿੱਚ। ਗੁਰੂ ਜੀ ਤਾਂ ਮੈਨੂੰ ਬਹੁਤ ਕੁਛ ਆਪਣਾ ਜਿਹੜਾ ਹੈ ਉਹ ਤਾਂ ਮੈਨੂੰ ਸ਼ਵਾਸ ਤੱਕ ਮੈਨੂੰ ਗੁਰੂ ਜੀ ਬਖਸ਼ ਰਹੇ ਨੇ। ਮੈਂ ਕਿਆ ਦੇ ਰਿਹਾ ਕਿਆ ਗੁਰੂ ਜੀ ਦਾ ਉਹ ਸਿਰਫ ਗੁਰੂ ਜੀ ਇੱਕ ਹੀ ਚੀਜ਼ ਮੰਗਦੇ ਨੇ, ਕਹਿੰਦੇ ਉਹ ਦੱਸੇ ਰਸਤੇ ਦੇ ਉੱਤੇ ਚਲੋ ਔਰ ਉਹ ਵੀ ਆਪਣੇ ਲਈ ਹੈ। ਨਾ ਭ੍ਰਮਿਤ ਰਹੋ ਨਾ ਭਰਮ ਫੈਲਾਓ, ਸੱਚਾਈ ਦੇ ਉੱਤੇ ਚਲੋ। ਉਹਨਾਂ ਨੇ ਸਾਨੂੰ ਆਪਣੇ ਕੋਲ ਅਗਰ ਜੇ ਬੁਲਾਇਆ ਹੈ ਤਾਂ ਜੋ ਭਟਕਾਵ ਹੈ ਇਸ ਦੁਨੀਆ ਦੇ ਵਿੱਚ, ਕਹਿੰਦੇ ਨੇ ਦੁਨੀਆਦਾਰੀ ਤੇ ਜਾਓ, ਦੁਨੀਆ ਤਾਂ ਇੱਕ ਭਰਮ ਹੈ, ਭਟਕਾਵ ਹੈ। ਉਸ ਭਰਮ ਨੂੰ ਦੂਰ ਕਰਨ ਦੇ ਲਈ ਆਪਣੇ ਕੋਲ ਬੁਲਾਇਆ। ਕਿੰਨਾ ਕੁ ਅਸੀਂ ਦੂਰ ਕਰ ਸਕੇ ਹਾਂ। ਔਰ ਇਹ ਸਤਸੰਗ ਦੀ ਪ੍ਰਥਾ ਵੀ ਉਹਨਾਂ ਨੇ, ਹਰ ਕਿਸੇ ਨੂੰ ਸਤਸੰਗ ਦਾ ਨਹੀਂ ਹੁੰਦਾ ਥਾ ਹੁਕਮ। ਜਿਹੜੇ ਅੰਕਲ ਆਂਟੀ ਨੂੰ ਹਫਤਾ ਪਹਿਲੇ, 10 ਦਿਨ ਪਹਿਲੇ, ਮਹੀਨਾ ਪਹਿਲੇ, 2 ਮਹੀਨੇ ਪਹਿਲੇ ਬਲੈਸ ਕਰਦੇ थे, फिर उन्होंने संगत से बोलते थे उठ आंटी या उठ अंकल सत्संग कर। उदों सोचना कि क्या कोई बोले, लेकिन फिर गुरु जी दसदे थे जो महीने पहले या 2 महीने पहले तेनू जो दस ना तो जाके पता लगता था जो 2 महीने पहले मैंने ब्लैसिंग मिली थी गुरु जी ने। गुरु जी दे सामने ट्रांसपेरेंसी है, कुछ नहीं छुपा।
अंदर है, जैसे ਅਸੀਂ ਉੱਪਰੋਂ ਚਾਹੇ ਕੁਛ ਵੀ ਬੋਲਦੇ ਲਈਏ, ਲੇਕਿਨ ਅੰਦਰ ਜਿਹੜਾ ਹੈ ਉਹਨਾਂ ਤੋਂ ਕੁਛ ਨਹੀਂ ਛੁਪਿਆ। ਉਹਨਾਂ ਨੂੰ ਪਤਾ ਹੈ ਕਿ ਕਿਹੜਾ ਭਾਵ ਲੈ ਕੇ ਅਸੀਂ ਆਏ ਹਾਂ। ਤੋ ਏਦਾਂ ਤਾਂ ਬਹੁਤ ਸਾਰਾ ਅੱਜ ਅਮੂਮਨ ਕਿਆ ਹੈ ਕਿ ਗੁਰੂ ਜੀ ਇਹ ਅਕਸਰ ਲਫ਼ਜ਼ ਸੇ ਕਹਿੰਦੇ ਕੋਈ ਸ਼ਬਦ ਨਹੀਂ, ਕਿਉਂਕਿ ਕੋਈ ਸ਼ਬਦ ਨਹੀਂ, ਕੋਈ ਸ਼ਬਦ ਕਿਤਾਬਾਂ ਪੜ੍ਹ ਕੇ ਜਾਂ ਕਿਤਾਬਾਂ ਰੱਟ ਕੇ ਸਾਨੂੰ ਜਿਹੜਾ ਅਸੀਂ ਗੁਰੂ ਜੀ ਨੂੰ ਪਾ ਲਾਂਗੇ। ਗੁਰੂ ਜੀ ਦੀ ਮੂਰਤੀ ਨਹੀਂ ਕਿ ਮੰਦਿਰਾਂ ਵਿੱਚ ਜਾ ਕੇ ਗੁਰੂ ਜੀ ਨੂੰ ਪਾ ਲਾਂਗੇ। संगत जी उनका डिस्कनेक्ट हो गया है, 1 सेकेंड कनेक्ट कर रहे हैं फिर, प्लीज बेयर विद अस। थैंक यू। जय गुरु जी। टेक्निकली थोड़ा जिहा है, कोई नहीं। आ रही आवाज, आ रही मेरी आवाज आ रही? हाँ जी अंकल। ਤੇ ਕੋਈ ਨਹੀਂ, ਵਿੱਚ ਵਿੱਚ ਹੁੰਦਾ ਰਹੇਗਾ ਕਿਉਂਕਿ ਹੁਣ ਬਹੁਤ ਜ਼ਿਆਦਾ ਟੈਕਨੀਕ ਹੈ ਤੇ ਇਦਾਂ ਚੱਲਦਾ। तो गुरु जी रब एक शिव महाशिव साडे गुरु जी तो ही ये सृष्टि है सारी त्रिलोकी नाथ, तीनों लोकां दा जेड़ा रचेता, तीनों लोकां दा जेड़े है ओही सब कुछ जेड़ा सब कुछ गुरु जी तो 33 प्रकार दे नोट 33 करोड़ 33 प्रकार दे देवी देवता सब गुरु जी तो, और साडे सब जियां दे अंदर गुरु जी और असी गुरु जी तो। गुरु जी कोई शब्द नहीं है किताबां पढ़ के या किताबां अपना जेड़ा है किताबां रट के अगर जे असी सोचिए कि असी गुरु जी नूं पा लिया, नहीं। और गुरु जी कोई मूर्ति भी नहीं कि मंदिरां दे विच जाके अपना जेड़ा है गुरु जी नूं पा लिया, नहीं। गुरु जी जीवन है, गुरु जी साडे अंदर है। कहंदे मुंह को कहां ढूंढे बंदे, मैं तो तेरे अंदर ही हाँ, मैं तेरे अंदर ही हाँ। तू मैनू बाहर ढूंढदा रहना, बाहर ढूंढेगा, जिन्ना बाहर जाके मैनू ढूंढेगा उन्ना ज्यादा भ्रमित होएगा। अपने अंदर ही है, अपनी क्षमता नू पहचान, जिन्हू खुद नू जाने बिगर नहीं पा सकते असी गुरु जी। कहते हो 5 तत्व का शरीर भगवान, मुंह को कहां ढूंढे बंदे, मैं तो तेरे अंदर ही हाँ। ह से भूमि, ग से गगन, व से वायु, आ से अग्नि और ना से नीर। ये 5 तत्व का शरीर है, 5 तत्व की लीन हो जाना है। देखिए 2 चीजा जेड़ा हमेशा इशारा कर देते, कहते एक मन और एक आत्मा। मन तो स्पीडी कोई नहीं है, मन चंचल है। आज बैठे बैठे अगर जे असी सोचांगे तो 5 साल पहले कितने थे असी, फौरन उत्थे जाके असी, और हालांकि 5 साल पीछे जाना अगर जे चलना पेगा तो पता नहीं कितना समय लगेगा, कितना, लेकिन मन सोच एकदम मन नू कंट्रोल करना। कहते एक साधे सब सदे, सब साधे सब जावे। मन नू जिन्हें कहते मन जीते जगजीत, जिन्हें मन नू कंट्रोल कर लिया समझ लो उन्हें जग जीत। ਉਹੀ मन नू अगर जे दुनियादारी च लैके जावांगे ਤਾਂ ਭਰਮ पैदा होगा, ਭ੍ਰਮਿਤ ਹੋਵਾਂਗੇ। हर कोई अपने अपने तरीके दे नाल लग्या होया है, लेकिन इसलिए कहते गुरु जी दे नाल अपना जेड़ा कनैक्शन डायरेक्ट, वो डायरेक्ट कनैक्शन क्या है। दुनिया दे विच जावांगे, दुनिया कोलों पुछांगे कि ना, हर कोई अपने अपने तरीके दे नाल दसेगा। भटक जाओ, भटकाओ। दुनिया एक भ्रम है, वो दुनिया चो निकल के अगर जो वही मन नू अगर जे गुरु जी दे चरणा च लैके जावांगे तो एक मुक्ति दा मार्ग, मुक्ति दा। उसी तरीके आत्मा जो है, कितना गुरु जी अपने अंदर, वो आत्मा ही परम आत्मा, गुरु जी परमात्मा, उस परम आत्मा दा ही अंश साडे अंदर। वो 5 तत्व का शरीर है, शरीर तो अपना उन्हें 5 तत्वां च लीन हो जाना है, लेकिन वो आत्मा जिन्नी असी प्योर रखांगे, वो मन नू भटकाव तो बचावांगे। आत्मा की शुद्धिकरण दे लई
माहौल एटमोसफियर गुरु जी ने अपने कोल बुलाया, अपने नाल जोड़िया। अज चाहे उदो साकार रूप च, चाहे अज निरंकार रूप दे विच, जेड़े जेड़ी जेड़ी भी संगत नूं जिस समय बुलाया ਉਹ ਉਹਦਾ मुनासिब वक्त था उस टाइम। कई ਅਸੀਂ मन ਦੇ ਵਿੱਚ ਆਂਦਾ ਕਿ ਹਾਏ ਅਸੀਂ ਗੁਰੂ ਜੀ ਦਾ, ऐसा नहीं है। ਜਿਹੜਾ ਇਹ ਸੋਚਦੇ ਆ, ਜਿਹੜਾ ਇਹ ਬੋਲਦੇ ਨੇ, ਉਹ ਗੁਰੂ ਜੀ ਨੂੰ ਇੱਕ ਜਿਹੜਾ ਹੈ ਆਮ ਜਿਹੜਾ ਹੈ ਇਨਸਾਨੀ ਜੋਨੀ ਦੇ ਵਿੱਚ ਸਮਝਦੇ ਕਿ ਹਾਏ ਅਸੀਂ ਸ਼ਾਇਦ ਗੁਰੂ ਜੀ ਨਾਲ ਮਿਲੇ। ਗੁਰੂ ਜੀ ਤਾਂ ਉਦੋਂ ਵੀ ਥੇ ਜਦੋਂ ਇਹ ਦੁਨੀਆ शून्य थी, ਤਾਂ भी थे, और गुरु जी ਜਦੋਂ ਇਹ दुनिया शून्य हो जाएगी ਤਾਂ भी है। ਜਦੋਂ शून्य थी दुनिया, ਜਦੋਂ कुछ नहीं था, वही रोशनी, और ਜਦੋਂ ਇਹ दुनिया शून्य हो जाएगी, नहीं रहेगी, ਤਾਂ भी वो नाम हमेशा रहेगा। तो वो चीज सोचनी नहीं। उदों ठीक है आए, शिव पुराण च भी लिखा हुआ है कलयुग च आवांगा मैं, आके फिर अपना जेड़ा दुनिया नू जेड़ा समझ गया, जेड़ा उस पगडंडी दे उत्ते अज भी चल रहा है, वो समझ लो ओदा मकसद जेड़ा वो समझ गया। और वो मकसद क्या है, कहते 84 लाख जोनिया दे विच वो मकसद पूरा नहीं होना। 83,09,999 जोनिया चो मकसद पूरा नहीं है, एक यही जोनी जेड़ी उत्तम जोनी मनुख जोनी इहदे चो पूरा। और वो क्या है, कर्म करवाए सानू गुरु जी ने। माड़ा करके भी अगर जे चले गए दुनिया च भटकते रहे तो भटका भी है, होर भटक गए। अगर जे गुरु जी की शरण चले गए, उन्होंने चरणा च अज भी अगर जे उन्होंने शरण आ जाए, कुछ गलती, क्योंकि इंसान गलतियां दा पुतला है, गलती करके अगर जे उन्होंने शरण दे विच आ जाए तो पता भी नहीं लगेगा कि किस तरीके जेड़ा है वो कर्म भुगत जाए। क्यों? क्योंकि गुरु जी ने इत्थे जेड़ा है, शिव जी ने हमेशा, गुरु जी ने हमेशा साडे कर्म ही कर। अगर जे कोई बुरा हो गया, हुण कई लोग बोलते हैं असीं ये करके चले गए, अपना सानू गुरु जी ने अपना जेड़ा साडे असीं बख्शे ना। कहंदे बोए पेड़ बबूल का तो आम कहाँ से हो। अगर जे बुराई कीती है, बुरा किया है, तो ਉਹਦਾ फल तो बुरा ही मिलेगा, उत्थे कोई माफी नहीं है। लेकिन अगर जे असीं गुरु जी दे चरनां च चले गए, ਉਹ ਕਿੱਦਾਂ किस तरीके ਦੇ ਨਾਲ ਸਾਡੇ ਕਰਮ ਉਹਨਾਂ ਨੇ ਭੁਗਤਵਾ ਦੇਣੇ ਨੇ ਸਾਨੂੰ। और कर्म किੱਦਾਂ, कर्म पूजा पाठ भगती दे नाल और सेवा सिमरन दे। सेवा करवानी उन्होंने, उन्हें सेवा देनी उन्होंने, ਉਹਦੇ ਨਾਲ ਹੀ ਜਿਹੜਾ ਉਹ ਕਰਮ ਜਿਹੜੇ ਸਾਡੇ ਭੁਗਤਵਾ ਦੇਣੇ। ਸਾਡੇ को कर्म कराने ये नहीं बैठे अगर जे सोचे कि अमूमन नेचर ये है कि शू और बोरी भर के नोट आ जाए, ऐसा कुछ नहीं है। कर्म करने पैणगे तां ही सब कुछ मिलेगा। सो उस आत्मा दी शुद्धिकरण दे लई गुरु जी ने सानू दिता गुरु मंत्र, ओम नमः शिवाय शिव जी सदा सहाय, ओम नमः शिवाय शिव जी सदा सहाय। गुरु है था आज ओम नमः शिवाय शिव जी सदा सहाय, ओम नमः शिवाय गुरु जी सदा सहाय। दूसरा सानू बाणी दे नाल जोड़िया, गुरबाणी। अज गुरबाणी भी असी जेड़ी है कई जगह दे उत्ते मैं देखा नहीं घट ही बजती है, लेकिन ऐसा नहीं है। गुरबाणी कोई वो नहीं होना चाहिए, गुरबाणी साडे गुरुओं दी, गुरुआं दी है साडी। और गुरबाणी जेड़ी है ਉਹੀ ਚਾਰਾਂ वेदां दा रस है, ऋग्वेद सामवेद यजुर्वेद अथर्ववेद, जेड़े अज तो हजारां साल पहले जेड़े ऋषियां ने उन्हां दा ही गुरुआं ने जेड़ा है तत्त कढ के, और ਉਹੀ चार अवस्था इंसान दे जीवन दियां हैं, ਉਹੀ सारा ਉਹਦੇ ਉੱਤੇ आधारित है। सो जिस घर मंत्र जाप, गुरु जी का मंत्र जाप और गुरबाणी बजेगी, उस घर दसों दिशा नहीं, चार दिशा नहीं, दसों दिशा दे विच नेगेटिविटी कदे नहीं आए, अच्छाई रहेगी, अच्छा एटमोसफियर रहेगा। जिथे अच्छाई उत्थे जेड़ी सोच अच्छी, सोच अच्छी तां अंदर जेड़ा अंदर दा औरा बिल्कुल प्योर, और उन्नी ही प्योर आत्मा, जिन्नी प्योर आत्मा उन्ना ही सुखद खुदा आत्मा। ये असी अपनी आत्मा माड़े कर्म करके, माड़ी सोच करके असी जेड़ा है, हुण इहदे विच ये कर्म भी बड़ा मारा बोलिया गया। कहते चार जी बोल, एक जी बोल रहा, चार जी सुन रहे, सिर इतना हिला रहे, इहदा मतलब वो सिर हिला रहे, दुनिया नूं दिख रहे, और दुनियादारी है। लेकिन अंदर क्या चल रहा है, अंदर क्या चल रहा है? ऊपरों तो कह रहे हैं कि हाँ सुन रहे हैं, अंदर जेड़ा है सोच रहे पता नहीं क्या बोले जा रहे हैं, क्या भोंक रहे हैं, या कुछ इतना दे वट एवर, सॉरी जो लैंग्वेज इंसान सोचता है।
लेकिन अंदर जिहड़ा है पॉजिटिविटी बहुत जरूरी है। जिहड़ा अंदरों पॉजिटिव है तो उन्ना ज्यादा खुशहाल और उन्ना ज्यादा अपने गुरु का प्यार, और जिन्नी आत्मा ਉਹਦੀ प्योर है उन्ना सुखद अंत। ये सानू गुरु जी ने समझाया। सो इदां दा तां चलदा रहेगा, क्योंकि गुरु जी ने क्या बख्शिया या ਜਿਹੜੀ भी संगत ਨੂੰ अपने को बुलाया, जो जो चीज ਇਹਨੂੰ ਜ਼ਰੂਰਤ ਹੈ ਉਹ ਚੀਜ਼ ਨੂੰ ਬਲੈਸ ਹੁੰਦੀ ਚਲੇ ਜਾ। ਉਹ ਗੱਲ ਵੱਖਰੀ ਹੈ ਕਿ ਸਾਡਾ ਜਿਹੜਾ ਐਕਸਪੈਕਟੇਸ਼ਨ ਹੈ, ਜਿਹੜੀ ਜ਼ਰੂਰਤ ਤੋਂ ਜ਼ਿਆਦਾ ਹੈ, ਅਸੀਂ ਕੁਝ ਹੋਰ ਮੰਗ ਰਹੇ ਹਾਂ। ਸਾਡੇ ਅੰਦਰ ਕੁਝ ਹੋਰ, ਅਗਰ ਜੇ ਅਸੀਂ ਜਾਂਦੇ ਹਾਂ ਮੰਦਿਰ 'ਚ ਜਾਂ ਕਿਸੇ ਜਗ੍ਹਾ ਤੇ ਵੀ, ਅਸੀਂ ਜਿੱਥੇ ਗੁਰੂ ਜੀ ਦਾ ਸਤਸੰਗ ਹੋ ਰਿਹਾ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਗੁਰੂ ਜੀ ਬੁਲਾ ਰਹੇ ਤਾਂ ਅੰਦਰ ਸਾਡਾ ਕੁਝ ਹੋਰ ਹੀ ਚੱਲਦਾ ਹੈ। लेकिन गुरु जी ਨੂੰ सब पता, मैं पहले बोल चुका, ट्रांसपेरेंसी है। उन्होंने पता है कि मेरी केड़ी संगत ਨੂੰ किस समय किस चीज की जरूरत है। अगर जे कदे कुछ ना, अगर जे कुछ जो ਅਸੀਂ सोच रहे हो, अगर जो सोच ਸਾਡੀ पूरी ना होए ਤਾਂ उस समय ਆਲਮੋਸਟ ਜਿਹੜਾ ਹੈ ਵਿਸ਼ਵਾਸ ਡਗਮਗਾਉਂਦਾ ਹੈ, ਯਾਰ ਮੈਨੂੰ ਤਾਂ ਕੁਝ ਮਿਲ ਹੀ ਨਹੀਂ ਰਿਹਾ। ਕਿਉਂਕਿ ਉਹ ਲੋਭ ਦੇ ਨਾਲ ਅਸੀਂ ਜਾ ਰਹੇ ਹਾਂ। ਲੋਭ ਦੇ ਨਾਲ ਕਦੇ ਨਹੀਂ ਜਾਣਾ। ਔਰ ਹਮੇਸ਼ਾ गुरु जी यही कहते थे, कहते ਜਿਹੜੀ ਜ਼ਬਰਦਸਤੀ ਮੰਗੀ ਹੋਈ ਚੀਜ਼ ਤੁਹਾਡੇ ਤੋਂ ਬਹੁਤ ਸਮੇਂ ਤੱਕ ਨਹੀਂ ਰੁਕੇ। ਜੇ ਜ਼ਬਰਦਸਤੀ ਕੋਈ ਚੀਜ਼ ਜ਼ਬਰਦਸਤੀ ਕਰੋਗੇ, ਕਹਿੰਦੇ ਅਗਰ ਜੇ ਮੈਂ ਬੁਲਾਇਆ, ਮੈਨੂੰ ਪਤਾ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਕਹਿੰਦੇ ਅਗਲੇ ਮਹੀਨੇ 2 ਮਹੀਨੇ ਤੁਹਾਡੀ श्वास ਨਹੀਂ ਹੈ, ਮੈਂ ਤਾਂ ਉਹ ਚੀਜ਼ ਬਲੈਸ ਕਰ ਰਿਹਾ। ਤਾਂ ਉਹ ਸਭ ਚੀਜ਼ ਕੀ ਕਰੋਗੇ? ਦੁਨੀਆਦਾਰੀ ਲੈ ਕੇ ਕੀ ਕਰੋਗੇ? ਤੁਸੀਂ ਮੰਗਣਾ ਕੀ ਮੰਗਣਾ? ਮੈਨੂੰ ਆਪਣਾ ਜਿਹੜਾ ਹੈ ਨੌਕਰ ਚਾਕਰ ਐਸ਼ੋ ਆਰਾਮ ਜਾਂ ਦੁਨੀਆਦਾਰੀ ਜੋ ਹੈ ਉਹ ਤੁਸੀਂ ਮੰਗਣਾ ਹੈ। लेकिन उस दुनियादारी का करोगे क्या जब 2 महीने बाद ਤੁਹਾਡੀ श्वास ही नहीं है, 2 महीने बाद जिंदगी नहीं है, 2 महीने की लाइफ है। इसलिए गुरु जी वो चीज ब्लैस कर, जिस समय साडे अपनी मंगी या साडे अपनी अगर जे इच्छा पूरी नहीं हो रही तो उस समय विश्वास ਨੂੰ ਡੋਲਣ ਨਾ ਦਿਓ, डगमगाण ना दियो। विश्वास अपना हजारा गुना बढ़ा। क्यों? क्योंकि इसी दर दे उत्ते हर चीज मिलनी है। ये इतना पवित्र और खास तौर पे ਸਾਡੇ ਤਾਂ ਅਸੀਂ ਦਿੱਲੀ ਵਾਸੀ ਹਾਂ, ਅਸੀਂ ਨਜ਼ਦੀਕ ਸਾਡੇ ਕਾਸ਼ੀ ਨਗਰੀ ਵਸਾਈ ਗੁਰੂ ਜੀ ਨੇ। ਉਹ ਮੰਦਿਰ ਇੰਨਾ ਡਿਵਾਈਨ, ਇੰਨਾ ਪਿਓਰ ਕਿ ਉਸ ਮੰਦਿਰ ਦੇ ਬਾਹਰੋਂ ਜੋ ਲੰਘ ਜਾਏ ਉਹ ਤਾਂ ਖੈਰ ਬਲੈਸ ਹੈ ਹੀ ਹੈ। ਜਿਹੜਾ ਅੰਦਰ ਚਲੇ ਜਾਏ बहुत भाग्यशाली, बहुत भाग्य। तो जिस जगह भी गुरु जी का हुक्म, ये सामने दरबार गुरु जी का लगे है, गुरु जी महाराज सिंहासन गुरु जी का साक्षात गुरु जी विराज, और जिस जगह के उत्ते गुरु जी का सिंहासन लग गया उस जगह के उत्ते गुरु जी विराजमान। लेकिन कहते जिथे मैं उसी जगह ते हाँ जो मेरी पगडंडी जो मैं दसिया, जो मैं दस रहा ਉਹਦੇ ਉੱਤੇ ਚੱਲੂਗਾ। अगर जे नहीं चलेगा तो उस जगह मैं नहीं, जिस जगह मैं वही मंदिर, जिस जगह मैं नहीं वो एक सिंपल कार। सो गुरु जी का कदे अवज्ञा नहीं, गुरु जी के दसे मार्ग के उत्ते हमेशा चलना, दिल नहीं दुखाना, विश्वास रखना, हाय नहीं लेना, किसी दी नजरों तो बचना। ये सब चीज़ां मैं तुहानू बाद च दसांगा। जिहड़ा गुरु जी कुछ गुरु जी दे वचन, आज तक वचन भी गुरु जी दे आ जाते हैं, कहते 108 वचन जिहड़ा कदे गुरु जी ने बोलिया नहीं वो भी वचन बना दिते सब। लेकिन जो भी उन्हां दा हुक्म हुंदा था, जो भी उन्हां दे वचन हुंदे थे, वो अपनी संगत दे लई अलग अलग हुंदे थे। जिन्हों जिस चीज की जरूरत हुंदी थी उस चीज नूं वो बोलदे थे ये कर। लेकिन अज असीं जाके अगर जे कुछ सानू हुक्म हो जाता तो असीं कहंदे हां मैनूं गुरु जी ने बोलिया तुसीं भी सारे करो, मतलब खुद ही गुरु बन जाते जिन्हों, क्योंकि पहले गुरु जी के नाल डायरैक्ट कनैक्शन, हर गुरु जी का कनैक्शन हर चीज गुरु, हर चीज दे विच गुरु जी का वास। उन्होंने मैनूं याद आंदा हले तक, कहंदे कि मैं परिवार बनाता है, एग्जैक्ट गुरु जी के लफ्ज़ कहंदे मैं परिवार बनाता है, इनूं साम के रखना, एक दूसरे की कदर करना, क्योंकि आने वाली घड़ी बड़ी माड़ी। ये जिहड़ा करोना आया इस पीरियड के बारे उन्होंने दस, छोटे छोटे बच्चे इदां निकल जा, एक दूसरे की कदर करना। ਅਸੀਂ किन्नी क कदर कर रहे हैं एक दूसरे की, क्योंकि हर चीज दे विच मैं हाँ, मेरा हर मेरी संगत दे नाल डायरैक्ट कनैक्शन। हुण ये असीं सोचना है कि असीं किन्ना क उन्हां दे दसे मार्ग दे उत्ते चल पा रहे हैं। जरूरतां हुंदियां सारियां जरूरतां हुंदियां, लेकिन जरूरतां दे लई
ਕਰਮ ਕਰਨਾ, ਔਰ ਕਰਮ ਉਹ ਕਰਨਾ ਜਿਹਦੇ ਨਾਲ ਕਿਸੇ ਦੂਸਰੇ ਨੂੰ ਤਕਲੀਫ ਨਾ ਹੋ। ਹੁਣ ਅਸੀਂ ਕਈ ਕਰਮ ਐਸੇ ਕਰ ਜਾਂਦੇ ਹਾਂ ਜਿਹਦੇ ਦੂਸਰੇ ਨੂੰ ਤਕਲੀਫ ਹੋ ਜਾਂਦੀ, ਫਿਰ ਉਹ ਭੁਗਤਣੇ ਪੈਂਦੇ ਨੇ। ਤੋ ਮਹਾਰਾਜ ਮੈਨੂੰ ਦੋ ਜਗ੍ਹਾ ਦੇ ਉੱਤੇ ਜਿਹੜਾ ਉਹਨਾਂ ਨੇ ਦੋ ਰਸਤਿਆਂ ਦੇ ਉੱਤੇ ਮੈਨੂੰ ਦੁਨੀਆਦਾਰੀ 'ਚ ਮੈਨੂੰ ਮਹਾਰਾਜ ਨੇ ਕਿਆ ਦਿੱਤਾ, ਕਿਆ ਬਲੈਸ ਕੀਤਾ ਮੈਨੂੰ, ਉਹ ਮੈਂ ਤੁਹਾਨੂੰ ਜ਼ਰੂਰ ਆਪਣਾ, ਕਿਉਂਕਿ ਕਹਿੰਦੇ ਨਾ ਮੈਂ ਬੋਲਾਂ ਕਿ ਮੇਰੇ ਕੋਲ ਬੜੇ ਸਤਸੰਗ ਤਾਂ ਬਹੁਤ ਹੈ, ਕਿਉਂਕਿ ਮੇਰੇ ਕੋਲ ਅਗਰ ਜੇ ਮੈਂ ਬੜਾ ਸਿੰਪਲ ਔਰ ਬਹੁਤ ਆਪਣਾ ਜਿਹੜਾ ਹੈ ਕੋਈ ਬਹੁਤ ਸਿੰਪਲ ਲਾਈਫ ਮੈਂ ਆਪਣੀ ਬਣਾਈ ਹੈ ਕਿ ਅਗਰ ਜੇ ਮੇਰੇ ਜੈਸਾ ਜੀ, ਅਗਰ ਜੇ ਮੇਰਾ ਜੈਸਾ ਭਗਤ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ, ਔਰ ਮੈਂ ਕੋਈ ਜਤਾ ਵੀ ਨਹੀਂ ਰਿਹਾ, ਮੈਂ ਕੋਈ ਕਹਿ ਵੀ ਨਹੀਂ, ਕਿਉਂਕਿ ਉਹ ਮੇਰੇ ਨਾਲ ਕਿ ਮੇਰਾ ਤਾਂ ਅਗਰ ਹਲਕਾ ਜਿਹਾ ਮਾਸ ਦਾ ਪੀਸ ਵੀ ਅਗਰ ਜੇ ਗਿਰੇਗਾ ਤਾਂ ਉਹ ਵੀ ਜੈ ਗੁਰੂ, ਮੇਰੇ ਕੋਲ ਸਿਵਾਏ ਗੁਰੂ ਜੀ ਦੇ ਹੋਰ ਕੁਛ ਨਹੀਂ ਹੈ। ਨਾ ਮੈਂ ਕੋਈ ਪ੍ਰਵਚਨ, ਕਿਉਂਕਿ ਪ੍ਰਵਚਨ ਤਾਂ ਹੈ ਹੀ ਨਹੀਂ ਗੁਰੂ ਜੀ ਦੇ ਉੱਤੇ। ਮੇਰਾ ਆਪਣਾ ਜੋ ਜਿਸ ਜਗ੍ਹਾ ਦੇ ਉੱਤੇ ਮੈਨੂੰ ਗੁਰੂ ਜੀ ਨੇ ਜੋ ਮੈਨੂੰ ਇਸ਼ਾਰੇ ਕੀਤੇ, ਜਾਂ ਜੋ ਅੱਜ ਵੀ ਉਹ ਇਸ਼ਾਰੇ, ਉਦੋਂ ਨਹੀਂ, ਉਦੋਂ ਤਾਂ ਸਾਕਾਰ ਰੂਪ, ਅੱਜ ਨਿਰੰਕਾਰ ਰੂਪ ਤੇ ਵੀ ਜੋ ਮੈਨੂੰ ਉਹ ਦੱਸ ਰਹੇ, ਜਿਸ ਰਾਹ ਲੈ ਕੇ ਜਾ ਰਹੇ, ਉਸੀ ਰਾਹ ਮੈਂ ਚੱਲਣ ਦੀ ਕੋਸ਼ਿਸ਼ ਕਰਦਾ। ਹਾਂ, ਮੈਨੂੰ ਇਹ ਜ਼ਰੂਰ ਉਹਨਾਂ ਨੇ ਦੱਸਿਆ ਕਿ ਬਈ ਐਂਡ ਤੱਕ ਮੈਨੂੰ ਦੱਸ ਦਿੱਤਾ था, ਉਹ ਅਗਰ ਜੇ ਕਹਿੰਦੇ ਬੋਲ ਦੇਗਾ ਤਾਂ ਫਿਰ ਹੋਊਗਾ ਨਹੀਂ, ਅਗਰ ਜੇ ਚੁੱਪਚਾਪ ਦੇਖਦਾ ਰਹੇਗਾ ਤਾਂ ਜ਼ਿੰਦਗੀ ਦਾ ਤੇਰਾ ਇਹ ਤੇਰੀ ਲਾਈਫ, ਇਹ ਮੈਨੂੰ ਪੂਰੀ ਟਰਾਂਸਪੇਰੈਂਸੀ ਉਹਨਾਂ ਨੇ ਦੱਸ ਦਿੱਤੀ। ਸੋ ਸਤਸੰਗ ਬਹੁਤ ਸਾਰੇ ਨਹੀਂ ਜੀਵਨ 'ਚ, ਕਹਿੰਦੇ ਬਾਣੀ 'ਚ ਵੀ ਲਿਖਿਆ, ਕਹਿੰਦੇ ਕੁਰਬਾਨ ਜਾਵੀਂ ਉਸ ਵੇਲਾ ਨੂੰ ਸੁਹਾਵੀਂ ਜਿਸ ਵੇਲਾ ਤੁਮਰੇ ਦਰ ਆਇਆ। ਪਹਿਲੀ ਵਾਰ ਜਦੋਂ ਗੁਰੂ ਜੀ ਨੇ ਆਪਣੇ ਕੋਲ ਬੁਲਾਇਆ, ਜਿਹੜੀ ਵੀ ਸੰਗਤ ਨੂੰ, ਅਸੀਂ ਸਾਰੀ ਸੰਗਤਾਂ ਜਦੋਂ ਪਹਿਲੀ ਵਾਰ ਆਪਣੇ ਕੋਲ ਬੁਲਾਇਆ, ਚਾਹੇ ਉਹ ਮੰਦਿਰ, ਚਾਹੇ ਉਹ ਆਪਣਾ ਕਿਸੇ ਸਤਸੰਗ ਦੇ ਵਿੱਚ, ਕਿਸੇ ਵੀ ਜਗ੍ਹਾ ਆਪਣੇ ਕੋਲ ਪਹਿਲੀ ਵਾਰ ਬੁਲਾਇਆ, ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ, ਲੇਕਿਨ ਉਹ ਕਾਰਨ ਉਸ ਸਮੇਂ ਸ਼ਾਇਦ ਨਾ ਪਤਾ ਲੱਗੇ, ਬਾਅਦ ਦੇ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਇਸ ਵਜ੍ਹਾ ਦੇ ਨਾਲ ਮੈਨੂੰ ਆਪਣੇ ਨਾਲ ਜੋੜਿਆ। ਮੇਰੇ ਨਾਲ ਵੀ ਉਹੀ ਸਭ, ਮੈਨੂੰ ਸੰਨ 83 ਉਦੋਂ ਗੁਰੂ ਜੀ ਨੇ ਅੰਮ੍ਰਿਤ ਵਾਲੇ ਬਾਬਾ ਜੀ ਕੋਲ, ਅੰਮ੍ਰਿਤ ਵਾਲੇ ਬਾਬਾ, ਜਿਹੜੀ ਵੀ ਸੰਗਤ ਨੂੰ ਆਪਣੇ ਕੋਲ, ਕੋਈ ਬਹੁਤ ਜ਼ਿਆਦਾ ਸੰਗਤ ਨੂੰ ਨਹੀਂ ਬੁਲਾਉਂਦੇ थे, ऐसा नहीं है कि संगत नहीं थी। ਅਸੀਂ ਲੋਕ ਇਹ ਸੋਚਦੇ ਹਾਂ ਕਿ ਅਸੀਂ ਦੁਨੀਆਦਾਰੀ ਦੇ ਹਿਸਾਬ ਦੇ ਨਾਲ ਸੋਚਦੇ ਹਾਂ। ਇੱਕ ਤਰਫ ਅਸੀਂ ਕਹਿੰਦੇ ਹਾਂ ਕਿ ਸਾਡੇ ਗੁਰੂ ਜੀ ਸ਼ਿਵ ਮਹਾਸ਼ਿਵ, ਦੂਸਰੀ ਤਰ੍ਹਾਂ ਅਸੀਂ ਗੁਰੂ ਜੀ ਨੂੰ ਇਹ ਸੋਚਦੇ ਹਾਂ ਕਿ ਜੋ ਆਮ ਦੁਨੀਆ ਦੇ ਵਿੱਚ ਜਿੱਦਾਂ ਆਪਣੀ ਤਰ੍ਹਾਂ ਸੋਚਣਾ ਸ਼ੁਰੂ ਹੋ ਜਾਂਦੇ ਆ, ਜਿੱਦਾਂ ਦੁਨੀਆ ਦੇ ਵਿੱਚ ਅਸੀਂ ਆਏ ਤਾਂ ਉੱਥੇ ਬਹੁਤ ਜ਼ਿਆਦਾ ਲੋਕ ਨਹੀਂ ਆ, ਤਾਂ ਅਮੂਮਨ ਇਹ ਹੁੰਦਾ ਕਿ ਕਹਿੰਦੇ ਜਿਹੜੀ, ਹੁਣ ਇਹਨੂੰ ਏਦਾਂ ਲੈ ਲਓ ਕਿ ਜਿਹੜੀ ਜਗ੍ਹਾ ਦੇ ਉੱਤੇ ਜਿਹੜੇ ਮੰਦਿਰ 'ਚ ਜ਼ਿਆਦਾ ਭੀੜ, ਸਮਝ ਲਓ ਉਹ ਬੜਾ ਜਾਣੀ ਜਾਣ। ਐਸਾ ਨਹੀਂ, ਆਪਣੇ को बुलाते बहुत घट, किनू बुलाते थे, अगर जे चाहते तो पूरी दुनिया क्या पूरे तीनों लोक नू या सारी दुनिया नू अपने को बुला, लेकिन उन्होंने जिन्हों समय समय सिर जेड़ा जिन्हों अपने नाल। तो उस समय 82 च मेरा एक्सीडेंट, मेरी पूरी बॉडी दे विच टैटनस हो गया था, एक टंग मेरी आज भी डैमेज है राइट साइड की। तो रिकवरी थोड़ा हौले हौले होगी। तो बेसिकली मैं म्यूजिक लाइन का बंदा, तो हल्का जिहा काम शुरू हो गया, थोड़ा डॉक्टर को जाके, हालांकि मरदे मरदे बच्चा दिन दे विच ये हिसाब लगाओ कि 12 इंजेक्शन। ये मैं सिर्फ सत्संग इसलिए अहम है क्योंकि पहली बार जेड़ा है मैनू क्या उन्होंने ब्लैस किया, वो मेरा दसना बहुत जरूरी है। कहते अगर जे जिंदगी है, जिन्हों भी अपने को उठाते थे पूरी बॉडी स्कैन करके कि जिस चीज की जरूरत है, अगर जे वो ठीक है तो उन्होंने जिस चीज की जरूरत थी वो चीज उन्होंने ब्लैस हो रही है। हुण मैनू जरूरत थी मेरी, कहते जीवन नू पहले पूरा उन्होंने, कहते अगर जे जीवन है तो सब कुछ अगे चलेगा, अगर जे जीवन ही नहीं, जिंदगी नहीं है तो फिर अगे कितना चलेगा। जे लाइफ ही नहीं है अगे कितना, फिर किस तरीके दे नाल कर्म कितना करांगे असीं। तो मैनू जेड़ा है 12 इंजेक्शन दिन दे विच लगने, 4 सवेरे 4 दोपहरी 4 शाम दे टाइम। तो हल्का जिहा रिकवरी, तो ये भी महाराज दा हुक्म, क्योंकि उस समय पता नहीं था कुछ भी। तो कितना देखो अपनी तरफ एक रूहानी ताकत, कितना मैनू एक
ਰੂਹਾਂ ਦਾ ਕਹਿੰਦੇ ਆ ਨਾ ਕਿੱਦਾਂ ਜੁੜਾਵ, ਕਿਸ ਤਰੀਕੇ ਆਪਣੀ ਤਰਫ ਖਿਚਾਵ ਕੀਤਾ ਇੱਕ ਮੈਗਨੈਟਿਕ ਪਾਵਰ, ਕਿਸ ਤਰੀਕੇ ਨਾਲ ਉਹ ਸ੍ਰਿਸ਼ਟੀ ਦੀ ਉਹ ਕਿਸ ਤਰੀਕੇ ਆਪਣੇ ਕੋਲ ਮੈਨੂੰ ਬੁਲਾਇਆ ਉਹਨਾਂ ਨੇ। ਪੰਜਾਬ ਦੇ ਲੋਕ ਜਿਹੜਾ ਹੈ ਮੈਨੂੰ ਕੁਛ ਲੈ ਕੇ ਗਏ, ਤਾਂ ਕੁਛ ਇੱਕ ਮਿਊਜ਼ਿਕਲ ਕੰਪਨੀ ਜਿਹੜੀ ਹੈ, ਮਿਊਜ਼ਿਕ ਦੀ ਕੰਪਨੀ ਲਾਂਚ ਹੋਣੀ ਤੇ ਉਹਨਾਂ ਦਿਨਾਂ ਦੇ ਵਿੱਚ ਇਹੀ ਸਾਰੇ ਸਿਸਟਮ ਹੁੰਦੇ ਸਨ। ਅੱਜ ਤਾਂ ਟੈਕਨੋਲੋਜੀ ਐਡਵਾਂਸ ਹੈ, ਤਾਂ ਇਕੱਠੇ ਹੋ ਕੇ ਉਹਨਾਂ ਨੇ ਕੁਛ ਪਿਆਰ ਉਹਨਾਂ ਦੇ ਨਾਲ ਇਸ ਤਰੀਕੇ ਦਾ ਕਹਿੰਦੇ ਭਾਜੀ ਆਪਣਾ ਕੰਪਨੀ ਲਾਂਚ ਕਰਨੀ ਹੈ ਇਸ ਤਰੀਕੇ ਦੇ ਨਾਲ, ਤਾਂ ਤੁਸੀਂ ਚਲੋ ਨਾਲ, ਤੁਸੀਂ ਵੀ ਸਾਡੇ ਨਾਲ ਜੁੜ ਜਾਓ। ਤਾਂ ਕੁਛ ਇਹ ਥੋੜਾ ਥੋੜਾ ਇਹ ਹੁੰਦਾ ਰਹੇਗਾ, ਥੋੜਾ ਇਹਨੂੰ ਬਰਦਾਸ਼ਤ ਕਰਨਾ ਪੈਣਾ ਹੈ। ਆ ਗਿਆ ਆਵਾਜ਼ ਆ ਰਹੀ ਹੈ? ਅੱਛਾ, ਤਾਂ ਤੁਸੀਂ ਵੀ ਨਾਲ ਸਾਡੇ ਜੁੜ ਜਾਓ। ਤਾਂ ਕੁਛ ਨਵੇਂ ਕਲਾਕਾਰ ਹੈਗੇ ਸਾਡੇ ਕੋਲ, ਉਹਨਾਂ ਦਾ ਆਡੀਸ਼ਨ ਅਸੀਂ ਕਰਨਾ ਹੈ ਤੇ ਇੱਕ ਕੰਪਨੀ ਅਸੀਂ ਲਾਂਚ ਕਰ ਲੈਂਦੇ ਹਾਂ। ਪਹਿਲੇ ਤਾਂ ਮੈਂ ਮਨਾ ਕਰਦਾ ਰਿਹਾ, ਉਹਨਾਂ ਨੂੰ ਦੱਸਿਆ ਯਾਰ ਏਦਾਂ ਤਾਂ ਮੇਰੀ ਐਕਸੀਡੈਂਟ ਹੋਇਆ, ਤਾਂ ਮੇਰੀ ਤਬੀਅਤ ਹੁਣ ਤਾਂ ਮੈਂ ਤਾਂ ਕੈਜੂਅਲੀ ਮੈਂ ਆਉਣਾ ਸ਼ੁਰੂ ਹੋਇਆ ਮੈਂ ਥੋੜਾ, ਤਾਂ ਕੁਛ ਪਿਆਰ ਏਦਾਂ ਦਾ ਪੰਜਾਬੀਆਂ ਦਾ ਮੈਂ ਮਨਾ ਨਹੀਂ ਕਰ ਪਾਇਆ ਉਹਨਾਂ ਨੂੰ। ਕਹਿੰਦੇ ਆਪਣਾ ਚਲੋ ਤੁਹਾਨੂੰ ਲੈ ਵੀ ਚਲਾਂਗੇ ਔਰ ਤੁਹਾਨੂੰ ਛੱਡ ਵੀ ਜਾਵਾਂਗੇ ਆਪਣਾ। ਅਸੀਂ ਇੱਥੋਂ ਕੰਮ ਕੰਪਲੀਟ ਕਰਕੇ ਹਲਕਾ ਤਾਂ 3-4 ਦਿਨ ਬਾਅਦ ਅਸੀਂ ਲੋਕ ਜਿਹੜਾ ਹੈ ਉਹਨਾਂ ਨੇ ਕਹਿੰਦੇ ਅਸੀਂ ਜਿਹੜਾ ਹੈ ਚੰਡੀਗੜ੍ਹ ਜਿਹੜਾ ਹੈ ਰੱਖ ਲਾਂਗੇ। ਹਾਲਾਂਕਿ ਉਹ ਬੰਦੇ ਸਾਰੇ ਜਿਹੜੇ ਇੱਧਰ ਇਸ ਏਰੀਏ ਦੇ ਤੇ ਸੰਗਰੂਰ, ਬਠਿੰਡਾ, ਆਪਣਾ ਮਲੇਰਕੋਟਲਾ ਦੇ ਲਾਗੇ ਪਿੰਡਾਂ ਦੇ, ਕਿਉਂਕਿ ਡੁਗਰੀ ਵੀ ਉसी ਸਾਈਡ ਹੈ। तो ਮੈਂ ਕਿਹਾ ਚਲੋ ਆਪਾਂ 3-4 ਦਿਨ ਬਾਅਦ ਅਸੀਂ ਲੋਕ ਇੱਥੋਂ ਗਏ, ਬਟ ਜਿਸ ਦਿਨ ਮਤਲਬ ਇਹ ਅਸੀਂ ਉੱਥੇ ਆਡੀਸ਼ਨ ਹੋਣਾ ਤਾਂ ਉਸ ਦਿਨ ਉਹ ਕੈਂਸਲ ਹੋ ਗਿਆ, ਕਿਉਂਕਿ ਉਹਨਾਂ ਦਾ ਫਾਈਨੈਂਸਰ ਜਿਹੜਾ ਤਾਂ ਉੱਥੇ ਦਾ ਉਹ ਫਾਈਨੈਂਸਰ ਨਹੀਂ ਆ ਪਾਇਆ। ਤਾਂ ਮੈਂ ਬੜਾ ਖੁਸ਼ ਹੋਇਆ, ਮੈਂ ਕਿਹਾ ਚਲੋ ਯਾਰ ਹੁਣ ਤੁਹਾਡਾ ਆਇਆ, ਚਲੋ ਆਊਟਿੰਗ ਵੀ ਹੋ ਗਈ, ਹੁਣ ਚਲੋ ਮੈਨੂੰ ਵਾਪਸ ਵੀ ਛੱਡ ਦਿਓ। ਕਹਿੰਦੇ ਨਹੀਂ ਭਾਜੀ ਤੁਸੀਂ ਆਏ ਹੋ, ਚਲੋ ਹੁਣ ਇੱਕ ਕੰਮ ਕਰਦੇ ਹਾਂ, ਥੋੜਾ ਜਿਹਾ ਆਪਣਾ ਜਿਹੜਾ ਇੱਕ ਦਿਨ ਹੋਰ ਤੁਸੀਂ ਆਪਣਾ ਜਿਹੜਾ ਦੇਖ ਲਓ, ਅਗਰ ਜੇ ਹੋ ਜਾਂਦਾ ਤਾਂ। ਕਹਿੰਦੇ ਅਗਲੇ ਦਿਨ, ਉਸ ਦਿਨ ਅਸੀਂ ਲੋਕ ਚੰਡੀਗੜ੍ਹ ਹੀ ਰੁਕੇ। ਨੈਕਸਟ ਵੀ ਉਹਨਾਂ ਨੇ ਜਿਹੜਾ ਹੈ ਜਗ੍ਹਾ ਤੈਅ ਕੀਤੀ ਮੋਹਾਲੀ। ਮੋਹਾਲੀ ਜਿਹੜਾ ਹੈ ਸਵੇਰੇ ਉਹੀ ਕੋਈ 10 ਵਜੇ 10-10:30 ਵਜੇ ਦੇ ਕਰੀਬ ਜਿਹੜਾ ਹੈ ਅਸੀਂ ਲੋਕ ਸਾਰੇ ਇਕੱਠੇ ਹੋ ਕੇ ਸਾਡਾ ਉਹ ਜੋ ਸਿਸਟਮ ਥਾ ਉਹ ਸ਼ੁਰੂ ਹੋ ਗਿਆ ਆਪਣਾ ਆਡੀਸ਼ਨ ਟਾਈਪ ਦਾ। ਤੇ ਟਾਈਪ ਆਫ ਆਡੀਸ਼ਨ ਚਲੋ ਵੀ ਗਾਓ, ਦੇਖੋ ਜਿੱਦਾਂ ਅੱਜ ਕੱਲ੍ਹ ਜਿਹੜਾ ਹੈ ਬਹੁਤ ਪਹਿਲੇ ਅਸੀਂ ਲੋਕਾਂ ਨੇ ਕਰਕੇ ਕੀਤਾ, ਮਤਲਬ ਜੋ ਅੱਜ ਕੱਲ੍ਹ ਟੀਵੀ ਚੈਨਲਾਂ ਤੇ ਅਸੀਂ ਦੇਖਦੇ ਹਾਂ ਸਾਰਾ। ਤਾਂ 2-4 ਕਲਾਕਾਰ ਜਿਹੜੇ ਆ ਮੈਂ ਆਪਣਾ ਜਿਹੜਾ ਆਹੀ ਬੋਲੇ ਕਿ ਵੀ ਅੱਛੇ ਇਹਦੇ ਨਾਲ ਕੰਪਨੀ ਰਨ ਹੋ ਜਾਏਗੀ, ਅੱਛਾ ਹੈ, ਅੱਛੇ ਕਲਾਕਾਰ। ਅਚਾਨਕ ਮੇਰੀ ਤਬੀਅਤ ਥੋੜੀ ਖਰਾਬ ਹੋ ਗਈ, ਮੈਂ ਪਾਣੀ ਪੀਆ ਤਾਂ ਮੇਰਾ ਦਿਲ ਕੱਚਾ ਜਿਹਾ, ਮਤਲਬ ਇੱਕਦਮ ਮੈਂ ਕਿਹਾ ਯਾਰ ਤਬੀਅਤ ਜਿਹੜਾ ਹੈ ਕੁਛ ਏਦਾਂ ਵੋਮਿਟ ਹੋ ਆਪਣਾ ਹੋ ਗਈ। ਫਿਰ ਇੱਦਾਂ ਹੋਣਾ ਸ਼ੁਰੂ ਹੋ ਗਿਆ ਕਿ ਫਿਰ ਮੈਂ ਚਾਹ ਪੀਆ ਤਾਂ ਮੈਨੂੰ ਵੋਮਿਟ ਜਾਂ ਡਿਸੈਂਟਰੀ ਟਾਈਪ ਇੱਦਾਂ ਦਾ ਹੋਇਆ। ਜਿਹੜਾ ਇੱਥੇ ਨਹੀਂ ਆਇਆ था, ਜਿਹਨੂੰ ਨਹੀਂ ਪਤਾ था, ਜੋ ਉਹਨੇ ਮੈਨੂੰ ਮਖੌਲ ਕੀਤਾ ਫਾਈਨੈਂਸਰ ਉਹ ਵੀ। ਉਹਨੇ ਮੈਨੂੰ ਮਖੌਲ ਕੀਤਾ, ਇਹ ਵੀ ਮਖੌਲ ਹੋ ਰਿਹਾ, ਬਾਰ-ਬਾਰ ਜਾ ਰਿਹਾ ਨਾ। ਉਹਨੇ ਮੈਨੂੰ ਮਖੌਲ ਕੀਤਾ, ਕਹਿੰਦੇ ਭਾਜੀ ਤੁਹਾਨੂੰ ਪੰਜਾਬ ਦਾ ਪਾਣੀ ਤਾਂ ਹਜ਼ਮ ਨਹੀਂ ਹੋ ਰਿਹਾ, ਦੁੱਧ ਕੇ ਤੁਹਾਨੂੰ ਕਿਆ ਹਜ਼ਮ ਹੋਣਾ ਹੈ। ਮੈਂ ਕਿਹਾ ਯਾਰ ਏਦਾਂ ਨਹੀਂ, ਮੈਂ ਤਾਂ ਇਹਨਾਂ ਨੂੰ ਬੋਲਿਆ ਤਾਂ ਮੇਰੀ ਤਬੀਅਤ ਨਹੀਂ ਠੀਕ ਯਾਰ, ਇਹ ਦੇਖੋ ਮੈਂ ਤਾਂ ਏਦਾਂ ਮੈਨੂੰ ਲੈ ਕੇ ਆਏ, ਮੇਰੇ ਆਪਣਾ ਜਿਹੜਾ ਥੋੜਾ ਮਾੜਾ ਜਿਹਾ ਤਾਂ ਲੱਗਿਆ ਆਪਣਾ, ਲੇਕਿਨ ਕੋਈ ਨਹੀਂ, ਮੈਂ ਸਮਝ ਕੇ ਮੈਂ ਉਹਨਾਂ ਨੂੰ ਦੱਸ ਦਿੱਤਾ ਕੀ ਦਿੱਤਾ। ਛੁੱਟਦੇ ਹੀ ਉਹਨੇ ਬੋਲਿਆ ਕਹਿੰਦੇ ਬਾਬਿਆਂ ਦੇ ਲੈ ਕੇ। ਮੈਂ ਕਿਹਾ ਬਾਬੇ ਕਿਹੜੇ ਬਾਬਿਆਂ ਦੀ ਗੱਲ ਕਰੋ, ਮੈਂ ਬਾਬਿਆਂ ਬੂਬੇ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਯਾਰ। ਇਹ ਤਾਂ ਡਾਕਟਰ ਦਾ ਆਪਣਾ ਜਿਹੜਾ ਮੈਂ ਅਗਰ ਤੇ ਮੇਰੀ ਤਬੀਅਤ ਢਿੱਲੀ ਹੋ ਗਈ ਹੈ ਜਾਂ ਮੇਰੀ ਤਬੀਅਤ ਖਰਾਬ ਹੈ, ਜਾਂ ਕੈਮਿਸਟ ਕੋਲ ਲੈ ਚਲੋ, ਉਹਨੂੰ ਦੱਸ ਕੇ ਦਵਾਈ ਲੈ ਲਾਂਗੇ, ਨਹੀਂ ਤਾਂ ਡਾਕਟਰ ਕੋਲ ਲੈ ਚਲੋ। ਨਹੀਂ ਪਤਾ ਤਾਂ ਉਹਦਾ ਓਨੈਸਟਲੀ ਮੇਰਾ ਵਿਸ਼ਵਾਸ ਹੋਇਆ ਨਹੀਂ ਤਾਂ, ਜਾਂ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ ਜਾ ਕਿੱਥੇ ਰਿਹਾ ਜਾਂ ਕਿੱਥੇ ਲੈ ਕੇ ਜਾ ਰਹੇ ਨੇ। ਉਦੋਂ ਤੱਕ ਤਾਂ ਥਾ ਹੀ ਮੈਂ ਜਾਵਾਂਗਾ ਕਿ ਨਹੀਂ ਜਾਵਾਂਗਾ, ਲੇਕਿਨ ਉਧਰੋਂ ਇੱਕ ਖਿਚਾਵ, ਇੱਕ ਜਿਹੜਾ ਆਪਣੀ ਤਰਫ ਜਿਹੜਾ ਜੁੜਾਵ, ਇਸ ਤਰੀਕੇ ਮੈਨੂੰ ਬੁਲਾਉਣ ਦਾ ਦੇਖੋ ਕਿਆ ਤਰੀਕਾ। ਤੋ ਕਹਿੰਦੇ ਨਹੀਂ ਭਾਜੀ ਇੱਕ ਦਿਨ, ਉਹਨਾਂ ਨੇ ਫਿਰ ਰੀਜ਼ਨ ਦੱਸਿਆ, ਕਹਿੰਦੇ ਇੱਕ ਦਿਨ ਪਹਿਲੇ ਆਡੀਸ਼ਨ ਥਾ, ਅਸੀਂ ਇਹ ਕਰਕੇ ਤੁਹਾਨੂੰ ਅਗਰ ਛੱਡ ਦੇਣਾ ਤਾਂ ਅਸੀਂ ਲੋਕ ਜਿਹੜਾ ਹੈ ਉਹਨਾਂ ਦਿਨਾਂ ਸਤਸੰਗ ਨਹੀਂ ਹੁੰਦੇ, ਗੁਰੂ ਜੀ ਨੂੰ ਘਰ ਲੈ ਜਾਂਦੇ ਤੇ ਆਪਣੇ ਆਪਣਾ ਜਿਹੜਾ ਬਲੈਸਿੰਗ ਦੇ ਲਈ
ਸਾਡੇ ਬੱਚੇ ਸਾਡੇ ਆਪਣਾ ਘਰ ਬਲੈਸ ਕਰ ਦੇਣਾ ਗੁਰੂ ਜੀ ਨੇ, ਕਿਉਂਕਿ ਘਰਾਂ ਦੇ ਵਿੱਚ ਸੰਗਤ ਲੈ ਜਾਂਦੀ ਸੀ, ਸੰਗਤ ਘੱਟ ਹੀ ਬਹੁਤ, ਪਰ ਫੌਜੀ ਲੋਕ ਜ਼ਿਆਦਾ, ਫੌਜੀ ਬਹੁਤ ਸਾਰੇ ਜੁੜੇ। ਤੋ ਪਤਾ ਨਹੀਂ ਮੈਂ ਵੀ ਅੰਦਰੋਂ ਜਿਹੜਾ ਉਹ ਮਨਾ ਕਰ ਹੀ ਨਹੀਂ ਪਾਇਆ। ਮੈਂ ਕਿਹਾ ਚਲੋ ਯਾਰ ਚੱਲਦੇ ਹਾਂ, ਕੋਈ ਗੱਲ ਨਹੀਂ ਆਪਣਾ ਜਿਹੜਾ, ਹਾਲਾਂਕਿ ਤਬੀਅਤ ਢਿੱਲੀ ਹੋਣ ਤੋਂ ਬਾਵਜੂਦ ਮੇਰੇ ਕੋਲ ਸਫ਼ਰ ਹੋਏਗਾ ਕਿ ਨਹੀਂ ਹੋਏਗਾ, ਉਹ ਮੈਂ ਉੱਧਰ ਗਿਆ ਹੀ ਨਹੀਂ, ਮੇਰਾ ਦਿਮਾਗ ਹੀ ਸਿਰਫ ਉੱਧਰ ਹੋ ਗਿਆ, ਉੱਧਰ ਹੀ ਫੋਕਸ ਹੋ ਗਿਆ ਕਿ ਚਲੋ ਬਾਬਿਆਂ ਦੇ ਚੱਲਦਾ। ਤੋ ਫਿਰ ਦੁਪਹਿਰ ਨੂੰ 2-2:30 ਵਜੇ ਅਸੀਂ ਪੈਕ ਕਰਕੇ ਉੱਥੋਂ ਚਲੇ ਹਾਂ ਮੋਹਾਲੀ ਤੋਂ ਬਠਿੰਡਾ। ਬਠਿੰਡਾ ਮਾਡਲ ਟਾਊਨ ਦੇ ਨਾਲ ਛਾਵਣੀ ਏਰੀਆ ਫੌਜੀਆਂ ਦਾ। ਉੱਥੇ ਸ਼ਾਮ ਨੂੰ ਕੋਈ 6, ਸਵਾ 6, 6:30 ਵਜੇ ਦੇ ਆਸ-ਪਾਸ ਅਸੀਂ ਪਹੁੰਚੇ ਹਾਂ। ਤਾਂ ਇੱਕ ਬ੍ਰਿਗੇਡੀਅਰ ਦਾ ਥਾ, ਉਹਨਾਂ ਦੇ ਘਰ ਆਪਣਾ ਜਿਹੜਾ ਪੂਰਾ ਵਿਲਾ ਟਾਈਪ, ਬ੍ਰਿਗੇਡੀਅਰ ਦੇ ਘਰ ਆਪਣਾ ਜਿਹੜਾ ਗੁਰੂ ਜੀ ਜਿਹੜਾ ਉਹਨਾਂ ਦਾ, ਗੁਰੂ ਜੀ ਨੂੰ ਲੈ ਕੇ ਗਏ ਉੱਥੇ। ਕੋਈ 8-9 ਜਾਂ 10 ਬੰਦੇ, ਇਹਨਾਂ ਐਗਜ਼ੈਕਟ ਇੰਨੀ ਫਿਗਰ ਸੀ ਕੋਈ, ਔਰ 5 ਬੰਦੇ, 4 ਬੰਦੇ ਅਸੀਂ ਸੀਗੇ। ਅਸੀਂ ਉੱਥੇ ਪਹੁੰਚੇ ਹਾਂ ਤਾਂ ਉਸ ਸਮੇਂ ਗੁਰੂ ਜੀ ਆਪਣਾ ਜਿਹੜਾ ਹੈ ਸੰਗਤ ਦੇ ਵਿੱਚ ਆਪਣੀ ਜਿਹੜੇ ਉਹਨਾਂ ਲੋਕਾਂ ਦੇ ਨਾਲ, ਲੇਕਿਨ ਮੈਨੂੰ ਨਹੀਂ ਪਤਾ ਲੱਗਿਆ ਗੁਰੂ ਜੀ ਕਿਹੜੇ, ਕਿਉਂਕਿ ਅਮੂਮਨ ਜਿਹੜਾ ਛਵੀ ਗੁਰੂਆਂ ਦੀ ਬਣ ਜਾਂਦੀ ਹੈ, ਜਾਂ ਭਗਵੇਂ ਕੱਪੜੇ, ਤਿਲਕ ਧਾਰੀ, ਕੁਛ ਇੱਦਾਂ ਦੀ ਛਵੀ ਬਣ ਜਾਂਦੀ ਹੈ। ਤਾਂ ਮੈਨੂੰ ਕੁਝ ਨਹੀਂ ਪਤਾ ਲੱਗਿਆ, ਜੋ ਮੈਨੂੰ ਲੈ ਕੇ ਗਏ ਮੈਂ ਉਹਨਾਂ ਦੀ ਤਰਫ ਜਿੱਦਾਂ ਦੇਖਿਆ, ਮੈਂ ਕਿਹਾ ਇਹਨਾਂ 'ਚ ਗੁਰੂ ਜੀ ਕੌਣ? ਜਿੱਦਾਂ ਹੁਣ ਮੈਂ ਇੱਧਰ ਮੇਰੇ ਇੱਦਾਂ ਲੈਫਟ ਸਾਈਡ, ਮੇਰੇ ਇੱਦਾਂ ਹੀ ਲੈਫਟ ਸਾਈਡ ਤਾਂ ਕਹਿੰਦੇ ਗੁਰੂ ਜੀ, ਪੈਂਟ ਟੀ-ਸ਼ਰਟ ਥੱਲੇ ਸਪੋਰਟ ਸ਼ੂ। ਮੈਨੂੰ ਲੱਗਿਆ ਹੀ ਨਹੀਂ, ਮੈਂ ਕਿਹਾ ਇੱਕਦਮ ਜਿੱਦਾਂ ਹੀ ਮੈਂ ਥੱਲੇ ਤੋਂ ਆਪਣਾ ਜਿਹੜਾ ਸ਼ੁਰੂ ਹੋਇਆ ਉੱਪਰ, ਜਿੱਦਾਂ ਮੈਂ ਚਿਹਰੇ ਦੇਖਿਆ, ਚਿਹਰਾ ਮੈਂ ਮਿਲਾ ਹੀ ਨਹੀਂ ਸਕਿਆ। ਮੇਰਾ ਇੱਕਦਮ ਮਤਲਬ ਜਿੱਦਾਂ ਇੱਕ ਉਹ ਪਾਵਰ ਜਾਂ ਉਹ ਇੱਕ ਲਾਈਟ ਜਿਹੜਾ ਮੇਰੀ ਅੱਖਾਂ ਇੱਕਦਮ ਝੁੰਦਿਆ ਜਿਹੀਆਂ ਗਈਆਂ, ਮੈਂ ਨਹੀਂ ਮਿਲਾ ਸਕਿਆ ਉਹਨਾਂ ਨਾਲ। ਅੱਜ ਕਈ ਲੋਕ ਅਸੀਂ ਕਹਿੰਦੇ ਆ ਨਾ ਕਿ ਮੈਂ ਗੁਰੂ ਜੀ ਦੇ ਨਾਲ ਗੱਲਾਂ ਕਰਦਾ, ਨਹੀਂ ਹੈ ਹਿੰਮਤ, ਜਾਂ ਉੱਥੇ ਤੱਕ ਪਹੁੰਚ ਗਏ ਅਸੀਂ ਗੁਰੂ ਜੀ ਦੇ ਨਾਲ ਗੱਲਾਂ ਕਰਦੇ ਹਾਂ, ਆਪਣੇ ਨਾਲ ਹੀ ਗੱਲਾਂ ਕਰਕੇ ਆਪਣਾ ਹੀ ਭਰਮ ਪਾਲੇ ਚਲੇ ਜਾ ਰਹੇ ਹਾਂ। ਸਾਡੀ ਅੱਜ ਔਕਾਤ ਹੀ ਨਹੀਂ ਹੈ ਕਿ ਅਸੀਂ ਉਹਨਾਂ ਨਾਲ ਗੱਲ ਕਰ ਸਕੀਏ। ਅਸੀਂ ਤਾਂ ਉਹਨਾਂ ਦੇ ਚਰਨਾਂ ਦੇ ਦਾਸ ਹਾਂ, ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਦੇਣ, ਉਹੀ ਬਹੁਤ ਵੱਡੀ ਗੱਲ ਹੈ। ਉਹਨਾਂ ਨਾਲ ਗੱਲ ਕਰਨ ਦਾ ਮਤਲਬ, ਉਹਨਾਂ ਨਾਲ ਅੱਖ ਮਿਲਾਉਣ ਦਾ ਮਤਲਬ ਬਹੁਤ ਦੂਰ ਦੀ ਗੱਲ ਹੈ। ਇੱਥੇ ਵੀ ਅਗਰ ਜੇ ਕਿਸੇ ਦੇ ਨਾਲ ਆਪਣਾ ਜਿਹੜਾ, ਜਦੋਂ ਆਪਣਾ ਚੋਲੇ 'ਚ ਥੇ, ਅਗਰ ਜੋ ਕਿਸੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਤਾਂ ਉਹ ਏਦਾਂ ਹੀ ਆਪਣਾ ਜਿਹੜਾ ਚੱਲਦੇ ਫਿਰਦੇ ਦੁਨੀਆਦਾਰੀ ਦੀ ਗੱਲ ਕੀਤੀ। ਜਿਹਨੂੰ ਉਹਨਾਂ ਨੇ ਅਗਰ ਜੇ ਉਸ ਤਰੀਕੇ ਉਸ ਬਲੈਸ ਕਰਨਾ ਹੁੰਦਾ ਤਾਂ ਬਲੈਸਿੰਗ ਦਾ ਮਤਲਬ ਇਹ ਨਹੀਂ ਹੈ ਕਿ ਦੁਨੀਆਦਾਰੀ ਤਾਂ ਉਹਨਾਂ ਨੇ ਦਿੱਤੀ, ਲੇਕਿਨ ਜਿਹੜੀ ਅਸਲੀਅਤ ਬਲੈਸ ਕਰਨਾ, ਜਿਹੜੀ ਅਸਲੀਅਤ ਚੀਜ਼ ਜਿਹੜੀ ਸਾਨੂੰ ਜ਼ਰੂਰਤ ਹੈ, ਕਿਆ ਉਹ ਅਸੀਂ ਬਲੈਸਡ ਹਾਂ? ਉਹ ਮਿਲ ਗਈ ਸਾਨੂੰ। ਇਸ ਲਈ ਕਹਿੰਦੇ ਸਮਝ ਹੀ ਨਹੀਂ ਪਾਏ ਮੈਂ ਕਿਸ ਲਈ ਆਇਆ, ਸਮਝ ਹੀ ਨਹੀਂ ਪਾਏ। ਆ ਜਾ ਬੈਠ ਜਾ, ਦੁਨੀਆਦਾਰੀ ਜੀ ਘੁੰਮ ਰਿਹਾ, ਘੁੰਮਦਾ ਰਹਿ, ਪਾਉਂਦਾ ਰਹਿ। ਮੈਂ ਇਸ਼ਾਰਾ ਕਰਦਾ ਹਰ ਜਗ੍ਹਾ ਦੇ ਉੱਤੇ, ਮੈਂ ਇਸ਼ਾਰਾ ਕਰਦਾ ਕਿ ਇਸ ਦੁਨੀਆਦਾਰੀ ਤੋਂ ਨਿਕਲ ਤੂੰ। ਫਿਰ ਉਸ ਭਰਮ ਔਰ ਉਸ ਭਰਮ ਦੇ ਜਾਲ ਦੇ ਅੰਦਰ ਫਸਿਆ ਹੋਇਆ ਤੇ ਨਹੀਂ ਨਿਕਲ ਪਾਏ, ਨਹੀਂ ਨਿਕਲ। ਜਿਹੜੇ ਗਏ ਅੱਜ ਕਹਿੰਦੇ ਮੈਨੂੰ ਗੁਰੂ ਜੀ ਕਹਿੰਦੇ, ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਕਹਿੰਦੇ ਆ ਨਾ ਬੈਰਾਗ ਦੇ ਵਿੱਚ, ਬੈਰਾਗ ਤੇ ਜਦੋਂ ਇਨਸਾਨ ਜਾਂਦਾ ਹੈ ਫਿਰ ਦੁਨੀਆਦਾਰੀ ਦੇ ਵਿੱਚ ਨਹੀਂ ਹੈ, ਕਿਉਂਕਿ ਮੇਰੀ ਤਾਂ ਸੇਵਾ ਨਾਲ ਕੀਤੀ, ਮੈਂ ਬੈਰਾਗੀ ਹਾਂ, ਮੈਂ ਮਲੰਗ ਆਦਮੀ ਹਾਂ, ਬੈਰਾਗੀ ਆਦਮੀ ਹਾਂ ਮੈਂ। ਮੇਰੇ ਕੋਲ ਤਾਂ ਸਿਰਫ ਮੇਰੇ ਗੁਰੂ ਜੀ ਇੱਕ ਕਹਿੰਦੇ ਤੂੰ ਹੋਵੇ ਕਿ ਮੈਂ ਹੋਵਾਂ, ਮੈਨੂੰ ਦੁਨੀਆ ਦੀ ਜ਼ਰੂਰਤ। ਕਹਿੰਦੇ ਜਿਹਦੇ ਕੋਲ ਗੁਰੂ ਨੂੰ ਕਿਸ ਚੀਜ਼ ਦੀ ਜ਼ਰੂਰਤ? ਮੇਰੇ ਕੋਲ ਗੁਰੂ ਜੀ। ਸੋ ਦੱਸਿਆ ਇਹ ਗੁਰੂ ਜੀ, ਬਸ ਮੈਂ ਵੀ ਸਾਰਿਆਂ ਨੇ ਜਿਹੜੇ ਗਏ ਪੈਰਾਂ ਨੂੰ ਹੱਥ ਲਾਇਆ, ਪੈਰਾਂ ਨੂੰ ਹੱਥ ਲਾ ਕੇ ਜਿੱਦਾਂ ਮੈਂ ਪੈਰਾਂ ਨੂੰ ਹੱਥ ਲਾਇਆ ਤਾਂ ਇੱਕ ਅਲੱਗ ਹੀ ਮੁਦਰਾ ਦੇ ਵਿੱਚ ਉਹਨਾਂ ਦਾ ਇੱਕ ਤਰੀਕਾ ਥਾ, ਜਿਹਨੂੰ ਬਲੈਸ ਕਰਦੇ ਥੇ ਉਹ ਅਲੱਗ ਚਲੇ ਜਾਂਦੇ ਔਰ ਬੜਾ ਮਜ਼ਾਕ ਤਾਂ ਕਿ ਉਹਨੂੰ ਮਹਿਸੂਸ ਹੀ ਨਾ ਹੋ। ਜਾਂ ਮੈਨੂੰ ਪਤਾ ਲੱਗੇ ਉਸ ਸਮੇਂ ਇਹ ਕਰ ਦਿੱਤਾ ਸ਼ੂ, ਇਹ ਉਹ ਸਾਰਾ ਜੋ ਅੱਜ ਦੁਨੀਆ ਇਹ ਭਰਮਾਂ ਚੋਂ ਕੱਢਿਆ ਹੈ। ਸੋ ਅਲੱਗ ਇੱਕ ਮੁਦਰਾ 'ਚ ਜਾ ਕੇ ਮੈਨੂੰ ਹਲਕਾ ਜਿਹਾ ਸਮਾਈਲ ਕਰਕੇ ਕਹਿੰਦੇ ਸਿੰਗਲ ਪੁਰਜੇ ਦਾ ਬੰਦਾ ਹੈ। ਸਿੰਗਲ ਪੁਰਜੇ ਦਾ ਬੰਦਾ ਹੈ ਸਾਇਆ, ਸਿੰਗਲ ਪੁਰਜੇ ਦਾ। ਕਿਉਂਕਿ ਮੇਰਾ ਤੁਸੀਂ WhatsApp ਦੇ ਉੱਤੇ ਫੋਟੋ ਦੇਖੋਗੇ ਅਟਲ ਬਿਹਾਰੀ ਵਾਜਪੇਈ ਜੀ ਦੇ ਨਾਲ, ਉਹ ਬੜਾ ਏਦਾਂ ਪਤਲਾ ਜਿਹਾ ਮੈਂ, ਉਹ ਮੇਰੇ ਮਤਲਬ ਉਸ ਤੋਂ 1 ਸਾਲ ਬਾਅਦ ਜਿਹੜਾ ਹੈ ਮੈਨੂੰ ਗੁਰੂ ਜੀ ਨੇ ਆਪਣੇ ਕੋਲ ਬੁਲਾਇਆ ਤਾਂ ਉਸ ਸਮੇਂ
ਬਿਮਾਰੀ ਤੋਂ ਬਾਅਦ ਮੈਂ ਉਸ ਤੋਂ ਵੀ ਜਿਹੜਾ ਹੈ, ਜਿਹੜਾ ਹਿਸਾਬ ਲਗਾਓ ਕਿ ਅੱਧਾ ਰਹਿ ਗਿਆ था। ਹੁਣ ਸਿੰਗਲ ਪੁਰਜੇ ਦਾ ਮੈਂ ਮਤਲਬ ਨਹੀਂ ਸਮਝਿਆ। ਮੈਂ ਇਹ ਸਮਝਿਆ ਕਿ ਜਿੱਦਾਂ ਪਤਲੇ ਜਾਂ ਕਮਜ਼ੋਰ ਬੱਚੇ ਨੂੰ ਜਿੱਦਾਂ ਮਜ਼ਾਕ ਕਰ ਦਿੰਦੇ ਆ, ਇਹ ਕਾਂਗੜੀ ਹੈ ਜਾਂ ਕਿੱਕਰ ਹੈ ਜਾਂ ਕੁਛ ਏਦਾਂ ਦੀ ਗੱਲ ਕਰ ਦਿੰਦੇ ਨੇ ਆਪਣਾ ਤੇ ਮਜ਼ਾਕ ਮਖੌਲ ਕਰ ਦਿੰਦੇ ਆ, ਜਾਂ ਸੁੱਕੜ ਹੈ, ਕੁਛ ਏਦਾਂ ਦੀਆਂ ਗੱਲਾਂ ਜਿਹੜਾ ਜਦੋਂ ਕਿਸੇ ਨੂੰ ਅਗਰ ਜੇ ਮਜ਼ਾਕ ਮਖੌਲ ਕਰਨਾ ਹੋ, ਤਾਂ ਮੈਂ ਵੀ ਉਸ ਸਮੇਂ ਸਮਝਿਆ ਅੰਦਰੋਂ ਅੰਦਰ ਇੱਕਦਮ ਜਿੱਦਾਂ ਹੀ ਮੈਂ ਥੋੜਾ ਜਿਹਾ ਅੰਦਰ, ਕਿਉਂਕਿ ਕਹਿੰਦੇ ਨਾ ਆਪਣੇ ਕੋਲ ਬੁਲਾ ਕੇ ਗੁਰੂ ਜੀ ਮੈਂ ਬੜਾ ਅਹੰਕਾਰੀ ਥਾ, ਥੋੜੀ ਈਗੋ ਰੱਖਦਾ था, ਕਿਉਂਕਿ ਜਿਹੜੀ ਜਗ੍ਹਾ ਦੇ ਉੱਤੇ ਜਾਣਾ ਅਸੀਂ ਕੰਮ ਕਰਨਾ ਆਪਣੇ ਅੰਦਰ ਅਲੱਗ ਹੀ ਸਮਝਣਾ, ਕਾਲਰ ਖੜੇ ਰਹਿਣੇ ਹਮੇਸ਼ਾ। ਆਪਣੇ को बुला के सब तो पहले उन्होंने मेरी ईगो ही तोड़ी, मेरा अहंकार एक ਦਿੱਤਾ। ਆਪਣੇ ਵਚਨਾਂ 'ਚ ਦੱਸਾਂਗਾ ਉਹ ਕਿਆ ਸੰਗਤ ਨੂੰ ਕਹਿੰਦੇ ਸੀ। ਉਹਨਾਂ ਦੇ ਹੀ ਵਚਨ, ਮੇਰੇ ਨਹੀਂ ਉਹਨਾਂ ਦੇ। ਉਹ ਬਾਅਦ ਦੇ ਵਿੱਚ, ਇਸ ਸਤਸੰਗ ਤੋਂ ਬਾਅਦ ਜਦੋਂ ਇਹ ਖਤਮ ਹੋਏਗਾ, ਫਿਰ ਮੈਂ ਦੱਸਾਂਗਾ ਕਿ ਕਿਆ-ਕਿਆ ਉਹਨਾਂ ਨੇ ਮੈਨੂੰ ਬੋਲਿਆ, ਕਿਆ-ਕਿਆ ਮੇਰੇ ਸਾਹਮਣੇ ਆਪਣਾ ਜਿਹੜਾ ਜਿੱਥੇ-ਜਿੱਥੇ ਮੈਨੂੰ ਬੁਲਾਇਆ, ਕੋਈ ਜ਼ਰੂਰੀ ਨਹੀਂ ਮੈਨੂੰ ਆਮ ਨਹੀਂ, ਮੈਂ ਆਮ ਨਹੀਂ ਬੁਲਾਇਆ। ਹਮੇਸ਼ਾ ਕਹਿੰਦੇ ਤੇ ਆਉਣ ਦੀ ਜ਼ਰੂਰਤ ਨਹੀਂ ਹੈ ਇਹਨਾਂ ਦੇ ਵਿੱਚ। ਉਹ ਵੀ ਤੁਹਾਨੂੰ ਮੈਂ ਪੂਰਾ ਦੱਸਾਂਗਾ ਕਿਸ ਲਈ। ਸੋ ਗੁੱਸਾ ਮਤਲਬ ਅੰਦਰ ਜਿਹੜਾ ਕਾਲਰ ਖੜੇ ਹੋ ਗਏ ਇੱਕਦਮ, ਕਹਿੰਦੇ ਨੈਗੇਟਿਵਿਟੀ ਅਮੂਮਨ ਜਿਹੜਾ ਹੈ ਇਨਸਾਨ 99.9% ਨੈਗੇਟਿਵਿਟੀ 'ਚ ਘਿਰਿਆ ਰਹਿੰਦਾ। ਪੋਜ਼ਿਟਿਵਿਟੀ 0.01% ਹੁੰਦੀ ਹੈ, ਉਹ ਵੀ ਬਹੁਤ ਰੇਅਰ, ਬਹੁਤ ਰੇਅਰ। लेकिन वो बुराई, क्योंकि अंदर बुराई है, वो बुराई मेरे अंदर पनपी। फिर मैं सोच रहा पता नहीं क्या बोले चले, क्या बोलता मैंने, मेरी बेइज्जती कर दी इन्हों ने विच महसूस किया। फिर तुरंत सामने मैनू कहते एक हल्की जी स्माइल करके कहते गुस्सा काह तो कर, हालांकि मैं जाहिर नहीं किया गुस्सा काह तो कर। मैं कह नहीं बाबे, मैं फिर बाबे नहीं, मैं पैरों ਨੂੰ हथ ला ਦਿੱਤਾ, कहते खड़ जा, खड़ जा मतलब रुक जा। एक साइड ਦੇ ਵਿੱਚ खड़ा हो गया अपना ਜਿਹੜਾ ਹੈ ਸਭ ਜੋ ਉੱਥੇ ਚੱਲ ਰਿਹਾ था ਬਲੈਸਿੰਗ ਦੁਨੀਆ ਆਪਣਾ ਜਿਹੜਾ ਉਸ ਤਰੀਕੇ ਦੇ ਨਾਲ। ਤਾਂ ਬੜੀ ਸਾਦਗੀ ਤਰੀਕੇ ਦੇ ਨਾਲ ਤੁਸੀਂ ਹਿਸਾਬ ਲਗਾਓ, ਕਿੱਥੇ ਉਹ ਸਮਾਂ, ਕਿੱਥੇ ਅੱਜ ਸਮਾਂ। ਸਾਦਗੀ ਹੀ ਕਿ ਇਨਸਾਨ ਦੀ ਜਿਹੜੀ ਹੈ ਨਾ, ਉਹੀ ਉਹਨੂੰ ਰੱਬ ਦੇ ਚਰਨਾਂ 'ਚ ਲੈ ਕੇ ਜਾਂਦੀ ਹੈ। ਬਨਾਵਟ ਜਾਂ 5 ਸਟਾਰ ਗਿਰੀ ਕੋਈ ਨਹੀਂ। ਜਿੰਨੇ 5 ਸਟਾਰ ਗਿਰੀ ਕਰ ਲਓ, ਹੱਥਾਂ ਦੇ ਨਾਲ ਜਿਹੜਾ ਆਪਣਾ ਲੰਗਰ ਬਣਾ ਕੇ ਜਾਂ ਹੱਥਾਂ ਦੇ ਨਾਲ ਜਿਹੜਾ ਸੇਵਾ ਆਪਣਾ ਜਿਹੜਾ ਕਰੇਗਾ, ਸੇਵਾ ਉਹ ਬਣਾ ਕੇ ਖਿਲਾਏਗਾ, ਉਹ ਸੇਵਾ ਉਸ ਰੱਬ ਨੂੰ ਕਬੂਲ ਹੈ। ਇੱਕ ਛੋਟੇ ਜਿਹੇ ਟੇਬਲ ਦੇ ਉੱਤੇ ਅਗਰ ਜੇ ਅਸੀਂ ਸਵਰੂਪ ਰੱਖ ਕੇ, ਅਗਰ ਜੇ ਉਹਨਾਂ ਦੀ ਛੋਟੇ ਜਿਹੇ ਟੇਬਲ ਦੇ ਉੱਤੇ ਅਗਰ ਜੇ ਉਹਨਾਂ ਦਾ ਸਵਰੂਪ ਰੱਖ ਕੇ ਉਹਦੀ ਅਗਰ ਜੇ ਅਸੀਂ ਪੂਜਾ ਕਰ ਲਈਏ, ਉਹਨਾਂ ਦੀ ਮਹਿਮਾ ਦਾ ਗੁਣਗਾਨ ਕਰ ਲਈਏ, ਉਹ ਉਹਨਾਂ ਨੂੰ ਕਬੂਲ ਹੈ। 5 ਸਟਾਰ ਦੇ ਵਿੱਚ ਦਿਖਾਵੇ ਕਿਸੇ ਨੂੰ ਨਹੀਂ। ਸੋ ਅੱਧਾ ਘੰਟਾ ਹੋ ਗਿਆ, ਪੌਣਾ ਘੰਟਾ ਹੋ ਗਿਆ ਏਦਾਂ, ਤਾਂ ਮੇਰੇ ਅੰਦਰ ਫਿਰ ਜਿਹੜੀ ਹੈ ਆਪਣਾ ਬੁਰਾਈ ਪਣਪੀ, ਨੈਗੇਟਿਵਿਟੀ। ਯਾਰ ਮੇਰੀ ਤਾਂ ਕੁਛ ਪੁੱਛ-ਗਿੱਛ ਹੀ ਨਹੀਂ ਹੋ ਰਹੀ ਇੱਥੇ। ਏਦਾਂ ਹੁੰਦਾ ਨਾ ਕਿ ਇੱਕ ਬੰਦਾ ਜਿਹੜਾ ਉਹਨੂੰ ਉਹ ਆਪਣੇ ਆਪ ਨੂੰ ਜਦੋਂ ਉਹਨੂੰ ਕੋਈ ਉਹਦੇ ਨਾਲ ਕੋਈ ਗੱਲ ਨਹੀਂ ਕਰ ਰਿਹਾ, 10 15 20 ਬੰਦੇ ਏਦਾਂ ਆਪਣਾ ਜਿਹੜਾ ਦੂਸਰਾ ਆਪਸ 'ਚ ਲੱਗਿਆ, ਤਾਂ ਉਹ ਸੋਚੇਗਾ ਯਾਰ ਮੈਨੂੰ ਤਾਂ ਅਵੋਇਡ ਕਰਾਂ। ਮੈਂ ਕਿਹਾ ਮੈਂ ਤਾਂ ਕਿਸੇ ਨੂੰ ਜਾਣਦਾ ਵੀ ਨਹੀਂ, ਔਰ ਮੈਨੂੰ ਇਹ ਲੈ ਕੇ ਵੀ ਇਹ ਆਏ ਨਾ ਆਪਣਾ ਜਿਹੜਾ ਹੈ, ਇਹਨਾਂ ਦਾ ਪਤਾ ਨਹੀਂ ਇਹਨਾਂ ਦਾ ਵੀ ਕੋਈ ਕਿਆ ਰਸੂਖ ਹੈ ਇਹਨਾਂ ਨਾਲ, ਮੈਨੂੰ ਤਾਂ ਕੁਝ ਪਤਾ ਹੀ ਨਹੀਂ। ਫਸਟ ਟਾਈਮ ਆਇਆ ਮੈਂ ਇਲ ਕੁੱਕੜ ਇਹ ਵੀ ਸੀ, ਮੈਨੂੰ ਕੁਛ ਨਹੀਂ ਪਤਾ ਕਿ ਹੈ ਕਿਆ ਉੱਥੇ ਦਾ। ਤਾਂ ਜਿੱਦਾਂ ਹੀ ਜੋ ਆਪਣਾ ਮੇਰੇ ਰਾਈਟ ਸਾਈਡ ਜਿੱਦਾਂ ਜੋ ਮੈਨੂੰ ਲੈ ਕੇ ਗਏ, ਉਹਨਾਂ 'ਚ ਇੱਕ ਬੰਦੇ ਦੀ ਤਰ੍ਹਾਂ ਮੈਂ ਤਾਂ ਦੇਖਿਆ, ਮੈਂ ਕਿਹਾ ਯਾਰ ਚੱਲ ਯਾਰ ਇੱਥੇ ਚੱਲਦੇ ਹਾਂ। ਜਿੱਦਾਂ ਹੀ ਮੈਂ ਏਦਾਂ ਕਰਨ ਲੱਗਾ, ਹਾਲਾਂਕਿ ਮੈਂ ਕੋਈ ਐਕਸਪ੍ਰੈਸ਼ਨ ਨਹੀਂ, ਕੋਈ ਇਸ਼ਾਰਾ ਨਹੀਂ, ਕੋਈ ਕੁਛ ਨਹੀਂ, ਤੁਰੰਤ ਮੈਨੂੰ ਏਦਾਂ ਬੁਲਾ ਲਿਆ, ਉਰੇ ਆ, ਤੈਨੂੰ ਜ਼ਿਆਦਾ ਜਲਦੀ ਹੈ। ਸੈਕਿੰਡ ਟਾਈਮ ਜਿਹੜਾ ਹੈ ਮੈਨੂੰ ਜਿਹੜਾ ਮੈਂ ਕੋਈ ਐਕਸਪ੍ਰੈਸ਼ਨ ਨਹੀਂ, ਲੇਕਿਨ ਉਹਨਾਂ ਨੂੰ ਪਤਾ ਕਿ ਮੈਂ ਮੇਰੇ ਅੰਦਰ ਕਿਆ। ਤੇ ਫਿਰ ਉਹਨਾਂ ਨੇ ਆਪਣੇ ਕੋਲ ਬੁਲਾ ਕੇ ਇੱਕ ਗਿਲਾਸ 'ਚ ਜਲ ਮੰਗਾ ਕੇ, ਇਹਨਾਂ ਕੋਲ ਇੱਕ ਰੁਦਰਾਕਸ਼ ਦੀ ਮਾਲਾ ਸੀ, ਉਹ ਰੁਦਰਾਕਸ਼ ਦੀ ਮਾਲਾ ਨੂੰ ਉਹਦੇ ਵਿੱਚ ਆਪਣਾ ਅੰਮ੍ਰਿਤ ਬਲੈਸ ਕਰਕੇ ਉਹ ਮੈਨੂੰ, ਔਰ ਇੱਕ ਨਾਲ ਲੱਡੂ ਪਕੜਾਤਾ, ਲੱਡੂ ਬੂੰਦੀ ਵਾਲਾ ਲੱਡੂ, ਮੋਟੀ ਬੂੰਦੀ ਦਾ ਲੱਡੂ, ਇਹ ਤੇਰੀ ਬਲੈਸਿੰਗ ਹੈ, ਇਹਨੂੰ ਛੱਡ ਜਾ। ਫਿਰ ਮੇਰੇ ਅੰਦਰ ਮੈਂ ਕਿਹਾ ਬਲੈਸਿੰਗ ਹੈ। ਮੈਂ ਆਪਣਾ ਇਹ ਸੋਚ ਰਿਹਾ ਕਿ ਜਿਹੜੇ ਬੰਦੇ ਨੂੰ ਪਾਣੀ ਹਜਮ ਨਹੀਂ ਹੋ ਰਿਹਾ, ਉਹਦੇ ਹੱਥ 'ਚ ਇੱਕ ਲੱਡੂ ਹੋਰ ਪਕੜਾ ਦਿੱਤਾ। ਹੁਣ ਮੈਂ ਕਿਹਾ ਅਗਰ ਜੇ ਮੇਰੇ ਨਾਲ ਕੋਈ ਇੱਥੇ ਦੀ ਦਿੱਕਤ ਹੋ ਗਈ, ਤਾਂ ਇੱਥੇ ਲੋਕ ਜਿਹੜੇ ਆ ਮੇਰੀ ਵਜ੍ਹਾ ਨਾਲ ਪਰੇਸ਼ਾਨੀ 'ਚ ਆ ਜਾਣਗੇ। ਮੈਂ ਕਿੱਥੇ ਆਪਣਾ ਜਿਹੜਾ ਕਿਹਨੂੰ ਲੈ ਕੇ ਆ ਗਿਆ, ਤੂੰ ਕਿੱਥੇ, ਮੇਰੇ ਅੰਦਰ ਸੋਚ ਏਦਾਂ ਮਤਲਬ ਚੱਲ। ਹਾਲਾਂਕਿ ਮੈਂ ਸੋਚ ਹੀ ਰਿਹਾ ਜਦੋਂ ਤੱਕ ਕਿ ਮੈਂ ਪੂਰਾ ਸੋਚਾਂ, ਤਾਂ ਮੈਨੂੰ ਕਹਿੰਦੇ ਜੋ ਤੂੰ ਸੋਚ ਰਿਹਾ ਹੋਣਾ ਨਹੀਂ ਹੈ, ਤੇਰੀ ਬਲੈਸਿੰਗ। ਥਰਡ ਟਾਈਮ ਜੋ ਤੂੰ ਸੋਚ ਰਿਹਾ, ਤੇਰੇ ਅੰਦਰ ਜੋ ਚੱਲ ਰਿਹਾ ਨਾ, ਉਹ ਹੋਣਾ ਨਹੀਂ ਹੈ, ਇਹ ਤੇਰੀ ਬਲੈਸਿੰਗ ਹੈ, ਇਹ ਤੈਨੂੰ ਸਹੀ ਕਰਨ ਦੇ ਲਈ। ਕਿਉਂਕਿ ਉਸ ਤੋਂ ਪਹਿਲੇ ਗੱਲ ਕਰ ਲਈ ਸੀ ਆਪਣਾ ਜਿਹੜਾ ਇਹਨਾਂ ਨੂੰ ਬਲੈਸ ਕਰਾਉਣ ਦੇ ਲਈ ਆਇਆ, ਇਹਨਾਂ ਨਾਲ ਇਹ ਤਕਲੀਫ ਉਹਨਾਂ ਨੇ ਗੱਲ ਕੀਤੀ ਸੀ। ਸੋ
मैं कि तीसरी बार जो मैं सोच रहा ये मैनू सामने तो बोल रहे हैं कि अपना, और मैं कोई दसिया भी नहीं है, मैं कोई अपना पब्लिकली भी नहीं बोल रहा, तो मैं कहना ये साधारण नहीं, ये साधारण नहीं है, साधारण। फिर मैं विश्वास हल्का जिहा, मतलब कहते ना विश्वास भी 0.01% हिलना, वो मैं बह के साइड दे विच अपना वो अमृत प्लस वो लड्डू प्रसाद हौले हौले मैं थोड़ा करके कि हाय कितने तकलीफ ना हो, वो मैं खा लिया और ग्रहण किया। ये तो नहीं कहांगा कि मैं एकदम खांदे ही मैनू जेड़ा एकदम वो हो गया, मैनू आराम मिल गया। हाँ, बट फील हौले हौले जितना हील हुंदा है इतना इतना करके मेरे मेरे नाल वो सब कुछ नहीं होया, जो जो जिस सिचुएशन जिस पोजीशन या जिस ਉਹਦੇ ਤੋਂ मैं निकल के आया था ਉਹਦਾ सब कुछ नहीं, जिद्दां होना दिल कच्चा हो जाना एकदम मोमेंट या डिसेंट्री ਦਾ एकदम दौड़ना हौले हौले ये सब ठीक अपना जेड़ा सो ये मेरे ਜਦੋਂ मैं खत्म किया है सारा अपना जेड़ा लड्डू प्रसाद वो मेरे लिए डिवाइन प्लस वो अमृत वो मेरी जिंदगी ਦੇ ਵਿੱਚ ਮੇਰੀ ਪਹਿਲੀ ਬਲੇਸਿੰਗ ਮੇਰੇ ਫਿਰ ਬੁਲਾ ਕੇ ਕਹਿੰਦੇ ਉਰੇ ਆ ਕੰਧੇ ਤੇ ਹੱਥ ਰੱਖ ਕੇ ਮੈਨੂੰ ਕਹਿੰਦੇ ਤੈਨੂੰ ਬਲੈਸ ਕਰਤਾ ਜਾ ਐਸ਼ ਤੈਨੂੰ ਬਲੈਸ करता जा ऐश। मैं फिर अंदर मैं सोचा पता नहीं क्या, क्योंकि उदों तक नहीं पता था थोड़ा, लेकिन वो कहते ना 0.01% जेड़ा थोड़ा विश्वास आया और फिर जेड़ा अपना डगमगा गया है। तो पता नहीं क्या रब बने चले जा रहे हैं, रब की भाषा बोल रहे, क्योंकि मैनू नहीं पता था कि मैं क्या माफ करन मैनू, क्योंकि कई बार मैं हुण पछताना भी है कि मैं देखो कितना सामने बुला के और मैं क्या मेरी क्या उस समय सोच थी। तो कहते बुलावांगा तेनू मैं, तू मेरे ते जदों इजाजत लई ना तो कहते तू मेरे ते विश्वास नहीं कर रहा, तेरे अंदर चल कुछ हो ही रहा है, भोला है भोले नाल भोला है चिंता ना कर। देखो ये लफ्ज बोलिया ओनू भी नहीं मैं समझ पाया, भोला है भोले नाल भोला है चिंता ना कर, भोलिया नाल भोलेनाथ ने वो भी मैनू उदों नहीं पता लग्या था। समा आऊगा मैं तेनू आप जेड़ा है खड़ा करूंगा, इन्ना समय तक जिथे जिथे ये फर्स्ट ब्लैसिंग मेरी ਅਸੀਂ ਉੱਥੋਂ चले कोई 9 9:30 ਦੇ ਜਾਂ 9:45 एग्जैक्ट टाइम इन्ना क्यों होना है। तो उस दिन ਅਸੀਂ लोग बठिंडा ही रुके, ਤਾਂ वापसी ਤੇ ਜਿਹੜੇ मैं ਉਹਨਾਂ ਨਾਲ लड़ ਪਿਆ, क्योंकि अहंकार अंदर हले भी था, हले ईगो पूरा टुटिया नहीं। मैं कहा यार ਤੁਸੀਂ ਮੈਨੂੰ ਲੈ ਕੇ ਕਿੱਥੇ ਆਏ ਹੋ यार, ਤੁਸੀਂ ਆਪਣਾ ਜਿਹੜਾ ਹੈ ਲੱਡੂਆਂ ਨਾਲ ਜਾਂ ਆਪਣਾ ਇਹ पानी उदों तो मैं ही बोलिया, हालांकि वो अमृत और डिवाइन लड्डू प्रसाद जेड़ा गुरु जी की तरफों डिवाइन इन्हां नाल कोई इलाज हुंदा या कोई अगर जे होए तो डॉक्टर कोल लै जांदे या उत्थे लै जांदे। तुसीं तां मेरी बेइज्जती कराती यार, 15-20 बंदे ते इत्थे जेड़े अपना जेड़ा 8-10 हो सीगे तां 4 बंदे असीं अपना जेड़ा मेरी बेइज्जती कराती यार तुसीं अपना। वो बेचारा इदां मैनूं देखदे रहे सारे अपना जेड़ा वा यही मैनूं हाले तक याद आंदा, इदां मेरी तरफ देखदे रहे। उन्हां चों एक बंदा बोलिया कहंदे भाजी ਤੁਸੀਂ ਹੁਣ ਦੱਸੋ ਕਿੱਦਾਂ ਮਹਿਸੂਸ ਕਰਦੇ ਹੋ। ਉਹਨਾਂ ਦਿਨਾਂ ਚ ਅੰਕਲ ਆਂਟੀ ਵੀ ਨਹੀਂ ਬੋਲਦੇ ਤੇ ਭਾਜੀ ਭੈਣ ਜੀ ਇਹ ਸਭ। ਤਾਂ ਮੈਂ ਫਿਰ ਅੰਦਰੋਂ ਹਾਲਾਂਕਿ ਹੈ ਤੇ ਲੇਕਿਨ ਕਹਿੰਦੇ ਨਾ ਅਹੰਕਾਰ ਇੰਨੀ ਛੇਤੀ ਨਹੀਂ ਜਾਂਦਾ, लेकिन ऊपरों ऊपरों ठीक है मैनू मैं महसूस बेटर फील कर रहा था, लेकिन मैं ऊपरों ऊपरों मैं बोलिया हाँ यार ठीक है कोई गल इतना करके हस पिया। हसदे हसदे ਉਹਨੇ ਮੈਨੂੰ ਸਾਰੇ ਹੱਸ ਕੇ ਉਹਨਾਂ ਚੋਂ ਬੰਦਾ ਬੋਲਦਾ ਹੈ ਕਹਿੰਦਾ ਭਾਜੀ ਇਹ ਉਹ ਮਹਾ ਇਹ ਤਾਂ ਪਹਿਲੇ ਆਪਣੇ ਕੋਲ ਕਿਸੇ ਨੂੰ ਬੁਲਾਉਂਦੇ, ਜਿਹਨੂੰ ਇਹਨਾਂ ਨੇ ਬੁਲਾਇਆ ਇਹ ਉਹ ਉਹਦਾ ਲਫ਼ਜ਼ ਇਹੀ ਤਾਂ ਕਹਿੰਦੇ ਇਹ ਉਹ ਮਹਾਂਪੁਰਖ ਆਪਣੇ को किसी ਨੂੰ ਨਹੀਂ ਬੁਲਾਉਂਦੇ, ਜੇ ਬੁਲਾਉਂਦੇ ਆ ਜਿਹਨੂੰ ਬੁਲਾ ਕੇ ਬਲੈਸ ਕਰਦੇ ਨੇ ਉਦੋਂ ਨਹੀਂ ਉਹਨੂੰ ਪਤਾ ਲੱਗਦਾ ਕਿ ਉਹਨੂੰ ਕਿਆ ਬਲੈਸ ਕਰ ਦਿੱਤਾ, ਬਾਅਦ ਚ ਜਾ ਕੇ ਪਤਾ ਲੱਗਦਾ ਕਿ ਕਿਆ। इसी तरीके लाइफ चलती रही, रात ਨੂੰ ਅਸੀਂ ਆਪਣਾ ਉੱਥੇ ਰੁਕੇ, ਸਵੇਰੇ ਉੱਠ ਕੇ आई स्टिल रिमेंबर कि दिवाली ਦੇ आस-पास ਦਾ ਟਾਈਮ था, नवंबर ਦਾ थोड़ी ठंड थी। ਜਿਹੜਾ ਬੰਦੇ ਨੂੰ ਆਪਣਾ ਜਿਹੜਾ ਇਹ ਦੇਖੋ ਸਵੇਰੇ ਉੱਠ ਕੇ ਜਿਹੜਾ पानी नहीं हजम हो रहा था, वो अपना गोभी के परौंठे 3-4 अपने जेडे खाते और चूड़ीदार गिलास अपना जेड़ा लस्सी दे दो वो मैं ये मेरी पहली ब्लैसिंग। लेकिन मैनू नहीं पता लग्या कि मैनू क्या ब्लैस हो, मैनू नहीं पता लग्या। मैं ही सोच रहा कि भाई अपना जेड़ा मैं ठीक है कोई दवाइयां ये सब इस वजह के नाल गर्मी या पेट पिट या कुछ इदा दा मैं ही सोच रहा, लेकिन मैनू क्या चीज ब्लैस उन्होंने की ये जाके मैनू जिते जिते उन्हों का हुक्म होया उत्थे उत्थे मैनू उन्होंने बुलाया अपने को,
ਚਲੇ ਗਏ ਆਪਣਾ ਸੰਗਤ ਦੇ ਵਿੱਚ। ਇੰਨਾ ਅੱਜ ਅਗਰ ਜੇ ਕੋਈ ਬੋਲਦੇ ਬਹੁਤ ਜ਼ਿਆਦਾ, ਅੱਛਾ ਕਈ ਸੰਗਤ ਨੂੰ ਇਸ ਲਈ ਰੱਖਿਆ ਨਾਲ ਕਿ ਉਹ ਥੋੜਾ ਉਹ ਫਿਰ ਮੈਂ ਪਬਲਿਕਲੀ ਕਈ ਚੀਜ਼ਾਂ ਐਸੀਆਂ ਜਿਹੜੀਆਂ ਨਹੀਂ ਬੋਲ ਸਕਦਾ, ਉਹਨਾਂ ਨੇ ਵੀ ਦੱਸਿਆ ਮੈਨੂੰ ਕਿ ਕਈ ਚੀਜ਼ਾਂ ਐਸੀਆਂ ਜਿਹੜੀਆਂ ਹੈਗੀਆਂ ਉਹ ਮੈਨੂੰ ਮਨਾ ਹੈ ਨਹੀਂ ਬੋਲ। ਔਰ ਇਹ ਵੀ ਬੋਲਿਆ ਕਹਿੰਦੇ ਗੱਲ ਵੀ ਉਸ ਜਗ੍ਹਾ ਦੇ ਉੱਤੇ ਕਰਨੀ, ਆਪਣੀ ਗੱਲ ਨੂੰ ਉਸ ਜਗ੍ਹਾ ਤੇ ਰੱਖਣਾ ਜਿਸ ਜਗ੍ਹਾ ਤੇ ਕੋਈ ਤੁਹਾਡੇ ਬੋਲਣਾ ਦਾ ਵਜਨ ਹੋਵੇ, ਕੋਈ ਸਮਝ ਪਾਵੇ। ਜਿੱਥੇ ਨਹੀਂ ਸਮਝ ਪਾਏ ਉੱਪਰੋਂ ਨਿਕਲ ਜਾ, ਉੱਥੇ ਬੋਲੋ ਮਤ, ਚੁੱਪ ਹੀ ਸਾਥ ਹੋਵੇ। ਤੇ ਕਹਿੰਦੇ ਇੱਕ ਚੁੱਪ ਸੋ ਸੁੱਖ, ਆਪਣਾ ਬਹਿ ਕੇ ਆਰਾਮ ਦੇ ਨਾਲ ਧਿਆਓ ਮੈਨੂੰ, ਧਿਆਓ ਆਪਣੇ। ਕਦੇ ਉਹਨਾਂ ਨੇ ਮੈਨੂੰ ਨਹੀਂ ਬੋਲਿਆ, ਕਹਿੰਦੇ ਆਪਣੇ ਗੁਰੂ ਜੀ ਨੇ, ਤਾਂ ਅਸੀਂ ਆਪਣਾ ਗੁਰੂ ਜੀ ਨੂੰ ਧਿਆਏ ਔਰ ਵਾਪਸ। ਸੋ 2007 ਚ ਚੋਲਾ ਛੱਡ ਦਿੱਤਾ ਗੁਰੂ ਜੀ ਨੇ। ਹੁਣ ਵਿੱਚ ਦੀਆਂ ਬਹੁਤ ਸਾਰੀਆਂ, ਲੇਕਿਨ ਬਹੁਤ ਲੰਬਾ ਹੋ ਜਾਏਗਾ, ਉਹ ਇੰਨਾ ਜ਼ਿਆਦਾ ਨਹੀਂ ਆਪਣਾ ਜਿਹੜਾ, ਕਿਉਂਕਿ ਉਹ ਬਹੁਤ ਸਾਰੀਆਂ ਚੀਜ਼ਾਂ ਮਨਾ ਹੈ, ਕਿਉਂਕਿ ਕਿਸ ਕਿਸ ਜਗ੍ਹਾ ਦੇ ਉੱਤੇ ਕੈਸੇ ਕੈਸੇ ਜਿਹੜਾ ਹੈ ਮੇਰੇ ਨਾਲ ਜਿਹੜਾ ਹੈ ਹੋਇਆ। ਹੁਣ ਸੋਚ ਇਹ ਆਈ ਕਿ ਹੁਣ ਗੁਰੂ ਜੀ ਚਲੇ ਗਏ ਕਿੱਦਾਂ ਹੋਏਗਾ, ਬਟ ਨਹੀਂ, ਉਹ ਮੇਰੀ ਸੋਚ ਸੀ ਦੁਨੀਆ ਵਾਲੀ ਸੋਚ ਕਿ ਹਾਏ, ਮੈਂ ਉਹਨਾਂ ਨੂੰ ਇੱਕ ਆਮ ਇਨਸਾਨ ਸਮਝ ਗਿਆ था ਕਿ ਸ਼ਾਇਦ ਇਨਸਾਨੀ ਚੋਲੇ ਚ ਆਇਆ। ਸਦੀਆਂ ਦੇ ਵਿੱਚ ਹਰ ਯੁੱਗ ਦੇ ਵਿੱਚ ਜਿਹੜਾ ਹੈ ਅਵਤਾਰੀ ਆਏ ਨੇ, ਕਦੇ ਵਿਸ਼ਨੂੰ ਜੀ ਦਾ ਅਵਤਾਰ, ਔਰ ਇਹ ਸ਼ਿਵ ਪੁਰਾਣ ਚ ਲਿਖਿਆ ਹੈ ਕਿ ਭੋਲੇਨਾਥ ਜੀ ਕਲਯੁਗ ਚ ਆਉਣਗੇ। ਪੜ੍ਹਨਾ ਸ਼ਿਵ ਪੁਰਾਣ ਪੜ੍ਹਨ ਦੇ ਲਈ ਬੋਲੇ, ਤੋਂ ਜੇ ਪੜ੍ਹਨਾ ਉਹਦੇ ਇੱਕ ਪੇਜ ਦੇ ਉੱਤੇ ਇਹ ਹੈ। ਸੋ ਹੁਣ ਕਿੱਦਾਂ ਪਤਾ ਲੱਗਿਆ ਕਿ ਮੈਨੂੰ ਕਿਆ ਬਲੈਸ ਕੀਤਾ। 2011 ਚ ਮੇਰੇ ਪੇਟ ਚ ਦਰਦ ਹੋਇਆ, 2011 ਚ ਮੇਰੇ ਪੇਟ ਚ ਦਰਦ ਹੋਇਆ। ਮੈਂ 3-4 ਦਿਨ ਏਦਾਂ ਹੀ ਕੱਟ ਦਿੱਤੇ। ਮੈਂ ਆਪਣਾ ਜਿਹੜਾ ਹੈ, ਮੈਂ ਫਿਰ ਦਿੱਲੀ ਦੇ ਵਿੱਚ, ਵੈਸਟ ਦਿੱਲੀ ਚ ਮੈਂ ਰਹਿਣਾ, ਸਟੇਟ ਬੈਂਕ ਨਗਰ ਹੈ। ਤਾਂ ਸਾਡੇ ਕੰਪਾਊਂਡ ਦੇ ਵਿੱਚ ਇੱਕ ਅੰਕਲ ਹੈ, ਸੋਲੰਕੀ ਅੰਕਲ, ਉਹ ਵਿਚਾਰੇ ਹੁਣ ਤਾਂ ਬਜ਼ੁਰਗ ਥੇ, ਹੁਣ ਚਲੇ ਗਏ, ਡੈਥ ਹੋ ਗਈ ਉਹਨਾਂ ਦੀ। ਉਹਨਾਂ ਦੇ घर ਦੇ ਮੂਹਰੇ ਤੋਂ मैं जा रहा था, उन्होंने बोला, कहते डोगरा यार क्या हुआ तुझे बेटा, तेरा रंग पीला पड़ गया है, तो क्या कोई बीमार या क्या कोई दिक्कत है तेरे को। मैं कहती अंकल 3-4 दिन हो गया मेरे पेट में दर्द है। कहते कोई दवाई या डॉक्टर के पास गया। मैं क्या, मैं डॉक्टर के पास तो नहीं गया अंकल, लेकिन दवाई कहते क्या। मैं क्या, वही घर में जो पेन किलर परालगन वगैरह वो मैं लिया, 1-2 बारी मैं ली है। कहते कोई आराम पड़ा, कहते नहीं। तो थोड़ा एक सेकंड बाद कहते बेवकूफ, तुझे पता नहीं है तेरे दोनों भाई डॉक्टर बालाजी हॉस्पिटल, पश्चिम बिहार की बालाजी हॉस्पिटल है, वहां जा, अल्ट्रासाउंड करा। अगर जो कोई दिक्कत या कोई तकलीफ है, टेक्नोलॉजी एडवांस है, कोई मुझे नहीं लगता कुछ होगा, लेकिन अगर जो कोई हर मर्ज की जो है आज इलाज है। तो तीसरे दिन, एक दिन छड़ के तीसरे दिन मैं जड़ा है बालाजी चले गए। बालाजी हॉस्पिटल जाके मेरा अल्ट्रासाउंड होया। पहले वो पानी वानी जो भी वटएवर जो उन्होंने प्रोसेस जो भी चलते तरीके वो करके आधा घंटा पौना घंटा सब चलता रहा। अल्टीमेट डॉक्टर कहता ये क्या। मैं डर गया, मैं किते कोई बलंग ना निकल जाए, उम्र भुगतना मुश्किल हो जाए। कहता फिर उन्हें थोड़ा चेक किया, अपना देखा उन्हें कि किते कोई मिसिंग तो नहीं है, कुछ ऐसा तो नहीं है मशीन का कोई। फिर उन्हें दसिया, कहते कहते केस 35 लाख या 40 लाख केस तो बाद ऐसा केस है ਜਿਹੜਾ ਤੁਹਾਡੇ ਨਾਲ है। कहते इधर केस हैगे है, रेयर केस है, बहुत सारे नहीं है, लेकिन ਜਿਹੜਾ ਤੁਹਾਡੇ ਨਾਲ है। कहते किते कोई कट नहीं, किते कोई कुछ नहीं, बाई बर्थ ਤੁਹਾਡੀ ਇੱਕ किडनी है। ਜਿਹੜਾ ਸਿੰਗਲ ਪੁਰਜੇ ਦਾ ਮੈਨੂੰ ਬੋਲਿਆ ਥਾ, ਮੇਰੀ ਇੱਕ ਕਿਡਨੀ ਹੈ, ਰਾਈਟ ਸਾਈਡ ਮੇਰੀ ਕਿਡਨੀ ਹੈ, ਲੈਫਟ ਸਾਈਡ ਮੇਰੀ ਕਿਡਨੀ ਹੀ ਡਿਵੈਲਪ ਨਹੀਂ ਹੋਈ। ਔਰ ਜਦੋਂ ਆਪਣੇ ਕੋਲ ਉਹਨਾਂ ਨੇ ਬੁਲਾ ਕੇ ਬਲੈਸ ਕੀਤਾ, ਉਦੋਂ ਮੈਂ ਇੰਨਾ ਮਤਲਬ ਜਿਹੜਾ ਮਲਟੀਪਲ ਫੇਲਿਅਰ था, ਮੈਨੂੰ ਪਾਣੀ ਤੱਕ ਜਿਹੜਾ ਹਜਮ ਨਹੀਂ ਹੁੰਦਾ था। ਇੰਨਾ ਮਤਲਬ ਐਂਟੀਬਾਇਓਟਿਕ ਜਿਹੜਾ ਡਾਕਟਰ ਨੇ ਮੈਨੂੰ ਦੇ ਦਿੱਤਾ ਤਾਂ ਉਹਨਾਂ ਦਿਨਾਂ 'ਚ ਇੱਕ ਸਟੈਪਟੋਪੈਨਸਿਲਿਨ ਜਿਹੜਾ ਵਾਈਟ ਕਲਰ ਦਾ ਇੰਜੈਕਸ਼ਨ ਲੱਗਦਾ था, ਜਿਹੜਾ ਬੜਾ ਹਾਰਡ ਇੰਜੈਕਸ਼ਨ ਹੁੰਦਾ था, ਔਰ ਕਈ ਵਾਰ ਰਿਐਕਟ ਹੁੰਦੇ ਹੁੰਦੇ ਮੈਨੂੰ ਉਹ ਬਚਿਆ ਆਪਣਾ। ये देख लो कि कोई दवाई नहीं, कोई कुछ नहीं, किस तरीके मैनू फर्स्ट टाइम, क्योंकि मैनू उस समय उस चीज की जरूरत थी, वो मैनू ब्लैसिंग मिली। मैनू दुनिया अपना दुनिया दे विच जेड़ी जेड़ी उस समय मैनू जेड़ा है शारीरिक मेरा कष्ट था, उन्होंने जेड़ा है दूर किया। एक मल्टीपल और किडनी लीवर और लीवर किडनी हार्ट तो रिलेटेड आज दिन तक देख लो 83 तो लेके आज दिन तक ना कदे कोई मैं मेडिसिन ली है, ना कदे मैं कोई होर किते कोई मैनू तकलीफ हुई है। सब कुछ खा पी जाना, सब कुछ खा पी जाना, क्योंकि कोई मना ही नहीं। जेड़ी चीज दे लई कहंदे तुसी ठीक है ऐश करो जिंदगी दी, लेकिन जेड़ी चीज तुहानू खराब करेगी उहदी तरफ मैं तुहाडा मूंह मोड़ दांगा, हाथ ही नहीं उठन दांगा। सो ये मेरे नाल उन्हां दी ब्लैसिंग।
मैं क्या मन्ना इस चीज में। इसी तरीके देखते देखते कई, क्योंकि सत्संग मेरे सामने ऐसे कई लोग थे, लेकिन मैं और नहीं बोलता, क्योंकि कहते सत्संग वही जो ਤੁਹਾਡਾ अपना है ਉਹਨੂੰ ਹੀ शेयर करो। कई लोग दुनिया ਤੇ आके बोलना शुरू हो जाते हैं, फलाने अंकल नाल, फलानी आंटी, ਉਹ अंकल आंटी खुद आके बोलणगे ਤੁਹਾਡਾ क्या है, ਤੁਸੀਂ ਕਿੱਥੇ ਤੱਕ ਹੋ। ਇਹ ਮੇਰੀ ਫਸਟ ਬਲੇਸਿੰਗ ਔਰ ਇਹ ਮੇਰਾ ਪਹਿਲੀ ਉਹਨਾਂ ਦੀ ਜਰਨੀ। ਉਸ ਤੋਂ ਬਾਅਦ ਮੈਨੂੰ ਕਿਹੜੀ ਤਰਫ ਲੈ ਕੇ ਗਏ, ਕਹਿੰਦੇ ਇੱਕ ਬ੍ਰਹਮ ਗਿਆਨ, ਜਿਹੜਾ ਇੱਕ ਮਕਸਦ ਹੈ ਦੁਨੀਆ ਦੇ, ਉਹ ਮਕਸਦ ਮੈਨੂੰ ਸਮਝਾਇਆ ਉਹਨੇ। ਉਸ ਤਰਫ ਅੱਜ ਵੀ ਇਸ਼ਾਰੇ ਉਸ ਤਰਫ ਹੁੰਦੇ ਆ। ਫਿਰ ਇਹ ਸਭ ਚੀਜ਼ਾਂ ਤੋਂ ਹਟ ਕੇ ਦੁਨੀਆ ਤੋਂ, ਲੇਕਿਨ ਦੁਨੀਆ 'ਚ ਜਾ ਕੇ ਕਹਿੰਦੇ ਨਾ ਫਿਰ ਇਨਸਾਨ ਉੱਥੇ ਦਾ ਉੱਥੇ ਹੋ ਜਾਂਦਾ। ਲੇਕਿਨ ਮੈਂ ਅਮੂਮਨ ਦੁਨੀਆ ਤੋਂ ਥੋੜਾ ਕੱਟਦਾ, ਤਾਂ ਕਿ ਦੁਨੀਆ ਤੋਂ ਹਟ ਕੇ ਕਿਉਂ, ਕਹਿੰਦੇ ਜੋ ਕੁਝ ਵੀ ਆ ਉਹ ਮੇਰੇ ਲਈ ਹੈ ਨਾ। ਬਾਣੀ 'ਚ ਲਿਖਿਆ ਕਹਿੰਦੇ ਕਰਮੀ ਆਪੋ ਆਪਣੀ ਖੇਡ ਲੈ ਕੇ, ਕਰਮੀ ਕਰਮ ਆਪਣੇ ਆਪਣੇ। ਤੁਹਾਡੇ ਕੀਤੇ ਕਰਮ ਤੁਹਾਨੂੰ ਨਹੀਂ ਲੱਗਣੇ, ਤੁਹਾਡੇ ਕੀਤੇ ਕਰਮ ਤੁਹਾਨੂੰ ਨਹੀਂ ਲੱਗਣੇ। ਮੇਰੇ ਕੀਤੇ ਕਰਮ ਮੇਰੀ ਬੇਟੀ ਨੂੰ ਨਹੀਂ, ਜਾਂ ਮੇਰੀ ਆਂਟੀ ਨੂੰ ਨਹੀਂ, ਮੇਰੀ ਆਂਟੀ ਦੇ ਕੀਤੇ ਕਰਮ ਮੈਨੂੰ ਨਹੀਂ, ਜਾਂ ਮੇਰੀ ਬੇਟੀ ਦੇ ਕੀਤੇ ਕਰਮ ਉਹ ਮੈਨੂੰ ਨਹੀਂ। ਜੋ ਮੈਂ ਕਰਨਾ ਹੈ ਉਹ ਮੈਂ ਭੁਗਤਣਾ ਹੀ ਹੈ। ਹਾਂ, ਲੇਕਿਨ ਇੱਕ ਦੂਸਰੇ ਦੇ ਲਈ ਅਸੀਂ ਸਿਰਫ ਅਰਦਾਸਾਂ ਔਰ ਦੁਆਵਾਂ ਕਰ ਕਿ ਹਾਏ ਮੇਰੇ ਅੰਕਲ ਦਾ ਭਲਾ ਹੋਵੇ, ਮੇਰੀ ਆਂਟੀ ਦਾ ਭਲਾ ਹੋਵੇ, ਮੇਰੇ ਬੱਚਿਆਂ ਦਾ ਭਲਾ ਹੋਵੇ, ਦੁਨੀਆ ਦਾ ਭਲਾ ਹੋਵੇ। ਇਸ ਲਈ ਗੁਰੂ ਜੀ ਹਮੇਸ਼ਾ ਕਹਿੰਦੇ ਤੇ ਸਵੇਰੇ ਉੱਠਦੇ ਹੀ ਸਰਬਤ ਦਾ ਭਲਾ ਮੰਗ ਲਓ, ਉਹਦੇ 'ਚ ਹੀ ਤੁਹਾਡਾ ਭਲਾ, ਸਰਬਤ ਦੇ ਭਲੇ ਦੇ ਵਿੱਚ ਹੀ ਤੁਹਾਡਾ ਭਲਾ। ਹੁਣ ਉਹਨਾਂ ਦੇ ਵਚਨ, ਫਿਰ ਵਿੱਚ ਜੋ ਮੈਨੂੰ ਹੁਕਮ ਹੋਏਗਾ ਉਹਨਾਂ ਦਾ, ਉਹ ਮੈਂ ਜ਼ਰੂਰ, ਅਗਰ ਤੇ ਤੁਹਾਡੇ ਕੋਲ ਟਾਈਮ ਹੋਏਗਾ ਤਾਂ ਮੈਂ ਉਹ ਚੀਜ਼ ਜ਼ਰੂਰ ਮੈਂ ਬੋਲਾਂਗਾ। ਜਿਹਨੂੰ ਵੀ ਆਪਣੇ ਕੋਲ ਬੁਲਾਉਂਦੇ ਤੇ ਪਹਿਲੇ, ਸਭ ਤੋਂ ਪਹਿਲੇ ਬੋਲਦੇ ਤੇ ਈਗੋ ਛੱਡ ਦਿਓ। ਅਸੀਂ ਕਿੰਨਾ ਈਗੋ ਛੱਡ ਚੁੱਕੇ ਹਾਂ, ਛੱਡੀ ਹੈ। ਜਰਾ ਜਿਹਾ ਕਿਸੇ ਦਾ ਕੰਧਾ ਟੱਚ ਹੋ ਜਾਏ, ਕੋਈ ਗੱਡੀ ਸਾਹਮਣੇ ਆ ਜਾਏ, ਕੋਈ ਬੰਦਾ ਸਾਹਮਣੇ ਆ ਜਾਏ, ਮੂੰਹ ਤੋਂ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਂਦੀਆਂ, ਜਾਂ ਹਾਈਪਰ ਹੋ, ਜਾਂ ਕੋਈ ਨਾਲ ਟਕਰਾ ਜਾਏ ਤਾਂ ਇੱਕਦਮ ਮੈਂ ਹੀ ਹਾਂ। ਸਭ ਤੋਂ ਵੱਡੀ ਈਗੋ ਇਸ ਦੁਨੀਆ ਦੇ ਵਿੱਚ ਇਹੀ ਹੈ। ਮੈਨੂੰ ਗੁਰੂ ਜੀ ਕਹਿੰਦੇ, ਮੈਨੂੰ ਗੁਰੂ ਜੀ ਕਹਿੰਦੇ, ਮੈਨੂੰ ਨਹੀਂ, ਗੁਰੂ ਜੀ ਦੀ ਇਹ ਸਾਰੀ ਸ੍ਰਿਸ਼ਟੀ ਹੈ। ਕਹਿੰਦੇ ਗੁਮਾਨ ਮਤ ਕਰ, ਤੂੰ ਤਾਂ ਫਿਰ ਉਤਮ ਜੋਨੀ ਦੇ ਵਿੱਚ ਹੈ। ਚਿਊਟੀ ਤੋਂ ਵੀ ਛੋਟਾ ਜੀ ਜਿਹੜਾ ਸ਼ਵਾਸ ਲੈਂਦਾ ਹੈ, ਉਹ ਵੀ ਮੈਨੂੰ ਉਨਾ ਅਜ਼ੀਜ਼ ਹੈ ਜਿੰਨਾ ਤੂੰ, ਕਿਉਂਕਿ ਉਹ ਵੀ ਆਪਣੀ ਜੋਨੀ ਕੱਟ ਰਿਹਾ, ਤੂੰ ਵੀ ਆਪਣੀ ਜੋਨੀ ਚ, ਤੂੰ ਉੱਤਮ ਚ, ਤੂੰ ਉਹਨੂੰ ਸੁਧਾਰ ਸਕਦਾ ਹੈ। ਇਸ ਲਈ ਤੈਨੂੰ ਤੇਰਾ ਮਕਸਦ ਦੀ ਤਰਫ, ਮੈਂ ਜਿਹੜਾ ਤੇਰਾ ਮਕਸਦ ਹੈ ਉਹਦੀ ਤਰਫ ਮੈਂ ਜਿਹੜਾ ਤੈਨੂੰ ਲੈ ਕੇ ਜਾ ਰਿਹਾ, ਕਿੰਨਾ ਤੂੰ ਸਮਝੇ ਉਹ ਤੇਰਾ। ਬਹੁਤ ਜ਼ਿਆਦਾ ਵੀ ਅਗਰ ਜੇ ਕਹਿੰਦੇ ਫਿਰ ਅਲਟੀਮੇਟ ਲਾਸਟ ਚ ਕਹਿੰਦੇ ਜੋ ਜਿੱਥੇ ਲੱਗਿਆ ਲੱਗੇ ਰਹਿੰਦੇ, ਇਹਨੂੰ ਸਮਝ ਤਾਂ ਆਇਆ ਨਹੀਂ ਉੱਥੇ ਤੱਕ। ਸੋ ਦੂਸਰਾ ਕਹਿੰਦੇ ਜਿੱਥੋਂ ਚਲੇ ਹੋ ਉਹਨੂੰ ਸਹੀ ਕਰ, ਜਿੱਥੋਂ ਚਲੇ ਹੋ ਉਹਨੂੰ ਸਹੀ ਕਰ। ਕਿੱਥੋਂ ਅਸੀਂ ਚੱਲਦੇ ਹਾਂ? ਆਪਣੇ ਆਪਣੇ ਘਰਾਂ। ਕਹਿੰਦੇ ਆਪਣੇ ਘਰ ਨੂੰ ਸਹੀ ਕਰ, ਛੋਟਾ ਵੱਡੇ ਦੀ ਇੱਜ਼ਤ, ਵੱਡਾ ਛੋਟੇ ਦੀ ਇੱਜ਼ਤ, ਇੱਕ ਦੂਸਰੇ ਦੀ ਕਦਰ ਕਰਨੀ, ਸੱਸ ਨੂੰ ਸੱਸ, ਭੈਣ ਭਰਾ, ਭਰਾ ਭਰਾ ਆਪਸ ਚ, ਵੱਡਿਆਂ ਦੀ ਇੱਜ਼ਤ ਉਸ ਘਰ ਚ। ਕਹਿੰਦੇ ਜਿਸ ਘਰ ਦੇ ਵਿੱਚ ਅੱਛਾਈ ਹੈ, ਪੋਜ਼ਿਟਿਵਿਟੀ ਹੈ, ਉਸ ਘਰ ਦੇ ਵਿੱਚ ਖੁਸ਼ਹਾਲੀ ਹੀ ਖੁਸ਼ਹਾਲੀ। ਔਰ ਜਿਸ ਘਰ ਚ ਕਲਾ ਕਲੇਸ਼, ਉਹ ਘਰ ਕਦੇ ਪਣਪ ਨਹੀਂ ਸਕਦਾ। ਸਿੰਪਲ ਗੱਲ ਦੱਸਦੇ ਤੇ ਕਹਿੰਦੇ ਤੁਸੀਂ ਕਿਤੇ ਵੀ ਜਾਓ, ਅਗਰ ਜੇ ਅੱਛਾਈ ਲੈ ਕੇ ਜਾਓਗੇ, ਪੋਜ਼ਿਟਿਵਿਟੀ ਲੈ ਕੇ ਜਾਓ, ਪੋਜ਼ਿਟਿਵਿਟੀ ਅੱਛਾਈ ਤੁਹਾਡੇ ਨਾਲ ਚਲੇਗੀ, ਜਿੱਥੇ ਜਾਓਗੇ ਅੱਛਾਈ ਉਸ ਜਗ੍ਹਾ ਤੇ ਰਹੇਗੀ, ਉਹ ਉੱਥੋਂ ਅੱਛਾਈ ਹੀ ਡਬਲ ਔਰ ਮਲਟੀਪਲ ਹੋ ਕੇ ਤੁਹਾਡੇ ਨਾਲ ਵਾਪਸ ਤੁਹਾਡੇ ਘਰ ਚ ਆਏਗੀ। ਉਸੇ ਤਰੀਕੇ ਅਗਰ ਜੇ ਕਰੋ ਤੁਸੀਂ ਨੈਗੇਟਿਵਿਟੀ, ਕਲੇਸ਼ ਲੈ ਕੇ ਜਾਓਗੇ, ਕਲੇਸ਼ ਨਾਲ ਹੀ ਜਾਏਗਾ, ਉੱਥੇ ਵੀ ਕਲੇਸ਼ ਹੋਏਗਾ, ਔਰ ਉਹ ਕਲੇਸ਼ ਮਲਟੀਪਲ ਹੋ ਕੇ ਵਾਪਸ ਤੁਹਾਡੇ ਘਰ ਕਲੇਸ਼ ਹੀ ਆਏਗਾ। ਇਸ ਲਈ ਆਪਣਾ ਆਪਣੇ ਘਰ ਨੂੰ ਅੱਛਾ ਕਰਨਾ, ਆਪਣੇ ਘਰ ਦੇ ਵਿੱਚ ਐਸਾ ਮਾਹੌਲ ਬਣਾਉਣਾ, ਹਮੇਸ਼ਾ ਕਦੇ ਵੀ ਅਗਰ ਜੇ ਮਨ ਦੇ ਵਿੱਚ ਕੋਈ ਇੱਦਾਂ ਦਾ ਨੈਗੇਟਿਵਿਟੀ ਆਏ ਤਾਂ ਜੈ ਗੁਰੂ ਜੀ ਬੋਲ ਕੇ ਦੇਖਣਾ, ਸਭ ਜਿਹੜਾ ਹੈ ਆਪਣੇ ਆਪ ਠੀਕ। ਤੀਸਰਾ, ਚੋਲ ਔਰ ਚੁਗਲੀ ਤੋਂ ਬਚ ਜਾਓ। ਚੋਲ ਖਾਣ ਨੂੰ ਥੋੜਾ ਕਹਿੰਦੇ, ਚੁਗਲੀਆਂ, ਨਿੰਦਾ ਕਰਨੀ, ਨਿੰਦਕ ਨੂੰ ਸਭ ਤੋਂ ਮਾੜਾ ਬੋਲਦੇ ਤੇ ਕਹਿੰਦੇ ਦੋ ਆਪਸ ਚ ਗੱਲ ਕਰਕੇ ਕਿਸੇ ਦੀ ਨਿੰਦਾ ਕਰਨਾ, ਜਾ ਕੇ ਕਿਸੇ ਤੀਸਰੇ ਨੂੰ ਬੋਲ ਦੇਣਾ ਕਿ ਤੈਨੂੰ ਇਹ ਬੋਲਿਆ, ਤਾਂ ਕਹਿੰਦੇ ਉਸ ਤੋਂ ਭੈੜਾ, ਉਸ ਤੋਂ ਮਾੜਾ ਕਰਮ।
ਕਹਿੰਦੇ ਅਗਰ ਜੇ ਪ੍ਰਸ਼ੰਸਕ ਨਹੀਂ ਹੋ ਤਾਂ ਨਿੰਦਕ ਵੀ ਨਾ ਬਣੋ। ਨਿੰਦਕ ਹੋਣਾ ਅਗਰ ਜੇ ਨਹੀਂ ਕਿਸੇ ਦੀ, ਅਗਰ ਜੇ ਤੁਸੀਂ ਵਡਿਆਈ ਕਰ ਸਕਦੇ, ਕਿਸੇ ਦੀ ਪ੍ਰਸ਼ੰਸਾ ਨਹੀਂ ਕਰ ਸਕਦੇ, ਤਾਂ ਨਿੰਦਾ ਵੀ ਨਾ ਕਰੋ ਕਿਸੇ ਦੀ, ਕਿਉਂਕਿ ਨਿੰਦਾ ਕਰਨਾ ਬਹੁਤ ਮਾੜਾ ਕਰਮ ਹੈ, ਆਪਣਾ ਕਰਮ ਖਰਾਬ ਕਰਾਂਗੇ, ਆਤਮਾ ਤਿਕਾਰਦੀ ਹੈ। ਐਸੇ ਐਸੇ ਕਰਮ ਅਸੀਂ ਕਰ ਮਾਰਦੇ ਆ। ਕਹਿੰਦੇ ਸਰੀਰ ਤੋਂ ਨਿਕਲਣ ਦੇ ਲਈ ਉਹ ਕਹਿੰਦੀ ਹੈ ਕਿ ਮੈਂ ਕਿੱਦਾਂ ਇਸ ਦਲਦਲ ਚੋਂ, ਕਿੱਦਾਂ ਇਸ ਗੰਧ ਚੋਂ ਨਿਕਲਾਂ। ਅਸੀਂ ਐਸਾ ਐਟਮੋਸਫੀਅਰ, ਐਸਾ ਮਾਹੌਲ ਆਪਣੇ ਲਈ ਖੁਦ ਕ੍ਰੀਏਟ ਕਰਦਾ। ਚੌਥਾ ਕਹਿੰਦੇ ਥੇ ਮਨ ਚੰਗਾ ਨਲ ਵਿੱਚ ਗੰਗਾ। ਕਹਿੰਦੇ ਜੇ ਮਨ ਚੰਗਾ, ਜੇ ਅੱਛਾਈ ਦੇ ਅੰਦਰ ਦਾ ਔਰਾ ਅੱਛਾ ਹੈ, ਪੋਜ਼ਿਟਿਵ ਹੈ, ਅੱਛਾਈ ਹੈ, ਤਾਂ ਜਿਹੜਾ ਨਲਕੇ ਦਾ ਪਾਣੀ ਹੈ ਨਾ, ਉਹ ਵੀ ਗੰਗਾ ਦੀ ਤਰ੍ਹਾਂ ਪਵਿੱਤਰ ਹੈ, ਉਹ ਵੀ ਗੰਗਾ ਦੀ ਤਰ੍ਹਾਂ ਪਵਿੱਤਰ ਹੈ। ਫਿਰ ਉਹਨਾਂ ਨੇ ਬੋਲਣਾ, ਕਹਿੰਦੇ ਰੱਬ ਰੱਬ। ਕਿੱਥੇ ਰੱਬ? ਕਿਸੇ ਨੇ ਦੇਖਿਆ ਰੱਬ? ਦੱਸੋ ਮੈਨੂੰ ਕਿਹਨੇ ਦੇਖਿਆ ਰੱਬ? ਕਹਿੰਦੇ ਜਿੱਥੇ ਅੰਕਲ ਆਪਣਾ ਆਂਟੀ ਅੰਕਲ ਦੀ ਸੇਵਾ ਕਰ ਲੈ, ਅੰਕਲ ਆਪਣੀ ਆਂਟੀ ਦੀ ਸੇਵਾ, ਉੱਥੇ ਹੀ ਰੱਬ। ਆਂਟੀ ਨੂੰ ਜ਼ਿਆਦਾ ਬੋਲਿਆ ਕਿ ਆਂਟੀ ਦਾ ਫਰਜ਼ ਜ਼ਿਆਦਾ ਹੈ, ਲੇਕਿਨ ਇਹਦੇ ਚ ਅੰਕਲ ਇਹ ਨਾ ਸਮਝੇ, ਅੰਕਲ ਦਾ ਵੀ ਇਕੁਅਲੀ ਫਰਜ਼ ਹੈ ਕਿ ਉਹ ਆਪਣੀ ਆਂਟੀ ਦੀ ਸੇਵਾ ਕਰੇ। ਜਿਸ ਘਰ ਦੇ ਵਿੱਚ ਉੱਥੇ ਰੱਬ। ਇਸ ਕਈ ਜਗ੍ਹਾ ਤੇ ਉਹਨਾਂ ਨੇ ਬੋਲ ਦੇਣਾ, ਕਹਿੰਦੇ ਇਹ ਐਲੋਪੈਥਿਕ ਹੈ, ਇਹ ਹੋਮਿਓਪੈਥਿਕ ਹੈ। ਐਲੋਪੈਥਿਕ ਹੋਮਿਓਪੈਥਿਕ ਸੰਗਤ ਨੂੰ ਬੋਲਦੇ ਤੇ ਕਹਿੰਦੇ ਐਲੋਪੈਥਿਕ ਸੰਗਤ ਹੈ, ਇਹ ਹੋਮਿਓਪੈਥਿਕ ਸੰਗਤ। ਫਿਰ ਉਹਨਾਂ ਨੇ ਦੱਸਣਾ, ਕਹਿੰਦੇ ਇਹ ਜਿਹੜਾ ਹੈ ਨਾ, ਇਹ ਐਲੋਪੈਥਿਕ। ਕਹਿੰਦੇ ਕੋਈ ਬਿਮਾਰ ਹੋ ਜਾਂਦਾ ਨਾ, ਤਾਂ ਡਾਕਟਰ ਐਲੋਪੈਥਿਕ ਡਾਕਟਰ ਕੋਲ ਜਾਂਦੇ ਆ, ਤਾਂ ਵਕਤੀ ਤੌਰ ਦੇ ਉੱਤੇ ਜਿਹੜਾ ਤੁਹਾਡਾ ਉਹ ਬਿਮਾਰੀ ਦੂਰ ਹੋ ਜਾਂਦੀ ਹੈ, ਲੇਕਿਨ ਉਹ ਜੜੋਂ ਨਹੀਂ ਠੀਕ ਹੁੰਦੀ। ਹੋਮਿਓਪੈਥਿਕ ਜਿਹੜਾ ਹੈ ਉਹ ਟਾਈਮ ਜ਼ਰੂਰ ਥੋੜਾ ਲੱਗਦਾ ਹੈ, ਲੇਕਿਨ ਉਹ ਜੜੋਂ ਜਿਹੜਾ ਹੈ ਬਿਮਾਰੀ ਨੂੰ ਸਹੀ ਕਰ। ਤਾਂ ਇਹ ਸੰਗਤ ਐਲੋਪੈਥਿਕ ਹੈ, ਇਹ ਵਕਤੀ ਤੌਰ ਤੇ ਆਈ ਹੈ, ਆਪਣਾ ਜਿਹੜਾ ਲੋਭ ਨੂੰ ਆਈ ਹੈ ਇੱਥੇ, ਆਪਣਾ ਇਹਦਾ ਮਕਸਦ ਹੱਲ ਹੋ ਗਿਆ, ਇਹਨੂੰ ਮਿਲ ਗਿਆ, ਤਾਂ ਇਹਨੇ ਦੁਬਾਰਾ ਮੇਰੇ ਕੋਲ ਨਹੀਂ। ਹੁਣ ਇਹ ਹੋਮਿਓਪੈਥਿਕ ਕਹਿੰਦੇ ਹਾਂ, ਇਹ ਜਿਹੜਾ ਹੈ ਗੁਰੂ ਨੂੰ, ਇਹ ਰੱਬ ਨੂੰ, ਇਹਦੇ ਅੰਦਰ ਕੋਈ ਲੋਭ ਨਹੀਂ ਹੈ, ਇਹ ਸੱਚਾਈ ਦੇ ਨਾਲ ਜਿਹੜੇ, ਕਿਉਂਕਿ ਉਹਨਾਂ ਤੋਂ ਕੋਈ ਚੀਜ਼ ਨਹੀਂ ਛੁਪੀ। ਹਰ ਚੀਜ਼ ਜਿਹੜਾ ਹੈ ਉਹਨਾਂ ਨੇ ਜੋ ਦੇਖਣਾ, ਇਦਾਂ ਦੇ ਬਹੁਤ ਸਾਰੀਆਂ ਗੱਲਾਂ, ਇਹਨਾਂ ਉਹਨਾਂ ਦੇ ਵਚਨ ਉਹਨੂੰ ਬੋਲਦੇ ਥੇ, ਜਿਹਨੂੰ ਅੱਜ ਅਸੀਂ ਕਹਿੰਦੇ ਨਾ, ਇਹਨੂੰ ਨਾ ਤਾਂ ਦਿਮਾਗ ਦੇ ਨਾਲ, ਨਾ ਕਿਸੇ ਹੋਰ ਸੋਚ ਆਪਣੀ ਨਹੀਂ ਲਗਾਣੀ, ਇਹਨੂੰ ਆਤਮਾ ਦੀ ਗਹਿਰਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਹੈ। ਅਗਰ ਜੇ ਅਸੀਂ ਸਮਝੀਏ ਇਹ ਚੀਜ਼ਾਂ ਜਿਹੜੀਆਂ ਸੁਣਨ ਨੂੰ ਆਮ ਨੇ, ਕਈ ਲੋਕ ਕਹਿੰਦੇ ਅਸੀਂ ਤਾਂ ਸੁਣ ਲਿਆ ਤਾਂ ਉਹਨੂੰ ਕਿਆ ਸਮਝੇ ਔਰ ਕਿੰਨਾ ਅਮਲ ਕੀਤਾ ਉਹਦੇ ਉੱਤੇ। ਸੁਣਿਆ ਤਾਂ ਸਭ ਨੇ ਹੈ, ਰੱਬ, ਅਸੀਂ ਰੱਬ ਦਾ ਨਾਮ ਤਾਂ ਸਦੀਆਂ ਤੋਂ ਹੈ, ਗੁਰੂ ਜੀ ਦਾ ਨਾਮ ਸਦੀਆਂ ਤੋਂ ਹੈ, ਸ਼ਿਵ ਜੀ ਦਾ ਨਾਮ ਸਦੀਆਂ ਤੋਂ ਹੈ, ਲੇਕਿਨ ਸ਼ਿਵ ਜੀ ਨੂੰ ਕਿੰਨਾ ਸਮਝ ਪਾਏ, ਅਸਲੀਅਤ ਇੱਥੇ ਆ ਕੇ ਟੁਕਦੀ ਹੈ ਕਿ ਵੀ ਕਿੰਨਾ ਅਸੀਂ ਸਮਝ ਪਾਏ ਆਪਣੇ ਗੁਰੂ ਜੀ ਨੂੰ, ਕਿੰਨਾ। ਕਈ ਲੋਕ ਕਹਿੰਦੇ ਸਮਝਣ ਦੀ ਜ਼ਰੂਰਤ ਨਹੀਂ, ਕਿਉਂ ਨਹੀਂ ਬਈ ਹੈ। ਅਗਰ ਜੇ ਸਮਝਾਂਗੇ ਨਹੀਂ ਕਿ ਸਮਝਾਂਗੇ ਕਿ ਉਹਨਾਂ ਨੇ ਤਾਂ ਸਾਨੂੰ ਸਮਝਾਉਣ ਦੇ ਲਈ ਆਪਣੇ ਕੋਲ ਬੁਲਾਇਆ, ਅਗਰ ਜੇ ਉਸ ਚੀਜ਼ ਨੂੰ ਅਸੀਂ ਸਮਝਾਂਗੇ ਨਹੀਂ। ਹੁਣ ਜਦੋਂ ਆਪਣੇ ਕੋਲ ਪਹਿਲੀ ਵਾਰ ਮੈਨੂੰ ਬੁਲਾਇਆ, ਨਾਲ ਹੀ ਬੋਲ ਦਿੱਤਾ, ਤਾਂ ਕਹਿੰਦੇ ਐਡਮਿਸ਼ਨ ਤਾਂ ਤੇਰਾ ਹੋ ਗਿਆ, ਕਰ ਲਿਆ, ਹੁਣ ਦੇਖਦੇ ਆ ਪੂਰੀ ਜ਼ਿੰਦਗੀ ਲੋਅਰ ਕੇਜੀ ਚ ਹੀ ਰਹੇਗਾ ਜਾਂ ਇਸ ਤੋਂ ਅੱਗੇ ਵੀ ਵਧੇਗਾ। ਬੜੀ ਆਮ ਗੱਲ ਹੈ, ਲੇਕਿਨ ਉਹਨਾਂ ਦਾ ਇਸ਼ਾਰਾ ਕਿਆ था कि पूरी जिंदगी लोअर केजी ਉੱਥੇ ਹੀ ਰਹੇਗਾ, मतलब ਬੱਦੂ ਦਾ ਬੱਦੂ ਹੀ ਰਹੇਗਾ ਜਾਂ ਅੱਗੇ ਵੀ ਵਧੇਗਾ, ਦੁਨੀਆ ਲਾਇਕ ਹੀ ਰਹੇਗਾ, ਜਾਂ ਜਿਹੜੀ ਤਰਫ ਮੈਂ, ਜਿਸ ਲਈ ਮੈਂ ਤੈਨੂੰ ਬੁਲਾਇਆ ਹੈ, ਗੁਰੂਆਂ ਦੇ ਦਰ ਤੇ ਕਿਸ ਲਈ ਜਾਂਦੇ ਆ? ਸਿਰਫ ਲੋਭ ਲਾਲਚ ਦੇ ਲਈ ਜਾ ਰਹੇ ਆ ਜਾਂ ਸਿਰਫ ਪਿਕਨਿਕ ਮਨਾਉਣ ਦੇ ਲਈ? ਅੱਜ ਵੀ ਸਤਸੰਗਾਂ ਚ ਜਾ ਰਹੇ ਆ, ਕਿਸ ਲਈ ਜਾ ਰਹੇ? ਕਿਆ ਪਿਕਨਿਕ ਮਨਾਉਣ ਦੇ ਲਈ ਸਤਸੰਗ? ਨਾ, ਸਮਝੀਏ ਤਾਂ ਸਹੀ, ਅਸੀਂ ਕਿਉਂ ਇਕੱਠੇ ਹੋ ਰਹੇ ਹਾਂ? ਜੀ ਅਸੀਂ ਸਮਝ ਹੀ ਨਹੀਂ ਪਾਵਾਂਗੇ ਤਾਂ ਕਿਆ ਸੀ ਉੱਥੇ ਜਾਣ ਦਾ ਕਿਆ ਫਾਇਦਾ? ਇੱਕ ਪਿਕਨਿਕ ਮਨਾ ਕੇ ਵਾਪਸ ਆ, ਜੇ ਮਕਸਦ ਉਹਨੇ ਨਹੀਂ ਸਮਝ ਪਾਏ ਤਾਂ ਅਸੀਂ ਤਾਂ ਉਸ ਚੀਜ਼ ਨੂੰ ਫਿਰ ਫਾਇਦਾ ਨਹੀਂ ਹੈ ਇੱਕਦਮ। ਸੋ ਹਰ ਜਗ੍ਹਾ ਤੇ ਉਹ ਜਦੋਂ ਨਹੀਂ ਕਿਸੇ ਦੇ ਸਮਝ ਆਉਂਦਾ ਤਾਂ ਕਹਿੰਦੇ ਉਰੇ ਆ, ਤੈਨੂੰ ਹੁਣ ਆਉਣ ਦੀ ਜ਼ਰੂਰਤ ਨਹੀਂ, ਤੈਨੂੰ ਬਲੈਸ ਕਰਤਾ ਜਾ, ਆਇਸ਼ ਮਾਰ। ਪਰ ਪਤਾ ਕਿ ਬਈ ਉੱਥੇ ਦੇ ਉੱਥੇ ਹੀ ਇਹ ਸਤਸੰਗ ਦਾ ਵੀ ਉਹਨਾਂ ਦਾ ਇਹੀ ਮਕਸਦ ਤਾਂ ਕਰਵਾਉਂਦੇ थे कि किस जगह तक पहुंचे, क्या कुछ चेंजेस आए, कुछ समझ पाए कि नहीं क्या है, या ਇੱਥੇ ਵੀ ਆਪਣਾ ਉਹੀ ਹੈ, ਸਭ ਆਏ ਲੰਗਰ ਕੀਤਾ ਔਰ ਚਲੇ ਗਏ। ਹੁਣ ਕਈ ਸੰਗਤ ਇਦਾਂ ਦੀ ਹੈ, ਮੈਂ ਦੇਖਿਆ, ਕੋਈ ਬੁਰਾ ਨਾ ਮੰਨੇ, ਮੈਂ ਪਹਿਲੇ ਕੰਨ ਫੜ ਲੈਂਦਾ ਮੈਂ, ਕਿਉਂਕਿ ਮੈਂ ਜੋ ਮੇਰੇ ਆਪਣੇ ਇਹ ਥੋੜੇ ਵਿਚਾਰ, ਮੈਂ ਸਮਝ ਰਿਹਾ ਇਹਨੂੰ, ਹੋ ਸਕਦਾ ਮੇਰੇ ਵਿਚਾਰ ਕਿਸੇ ਦੇ ਕਹਿੰਦੇ ਨਾ ਇੱਕ ਮਤ ਨਹੀਂ ਹੋ ਪਾ ਰਹੇ। ਉਹਨਾਂ ਨੇ ਬੋਲਿਆ, ਕਹਿੰਦੇ ਆਓ ਪਹਿਲੇ ਪੂਰੀ ਸੰਗਤ ਮਿਲ ਕੇ ਇੱਕ ਮਤ ਤਾਂ ਹੋ ਜਾਈਏ,
ਹੁਣ ਇੱਕ ਮਤ ਹੋ ਨਹੀਂ ਹੋ ਪਾ ਰਹੇ ਅਸੀਂ। ਕਿਸੇ ਨੇ ਅਗਰ ਜੇ ਕਹਿ ਦਿੱਤਾ ਇਹ ਨਹੀਂ ਏਦਾਂ ਨਹੀਂ ਹੈ, ਮੈਨੂੰ ਮੈਨੂੰ ਮਤਲਬ ਉਹ ਅਹੰਕਾਰ ਜਿਹੜਾ ਵਿੱਚ ਜਿਹੜੇ ਉਹ 5 ਸ਼ਤਰੂ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਵਿੱਚ ਰੱਖਿਆ, ਜਿਹੜਿਆਂ ਨੂੰ ਛੱਡਣ ਦੇ ਲਈ ਗੁਰੂ ਜੀ ਕਹਿੰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਉਹ ਅਹੰਕਾਰ ਹੀ ਨਹੀਂ ਛੱਡ ਰਹੇ ਅਸੀਂ ਲੋਕ। ਮੈਂ ਵੀ ਉਹਦੇ ਚ ਹਾਂ, ਮੈਂ ਵੀ ਉਸ ਗੇੜੇ ਚ ਹਾਂ, लेकिन इसलिए वो नहीं उधर जान का मन ही नहीं करता, इसलिए बहुत मैं थोड़ा जा एकांत ज्यादा अच्छा है। बड़ा है तो पता नहीं उन्होंने हुक्म है, महाराज का हुक्म है कि जिथे जिथे उन्होंने बुलवाना, जो जो उन्होंने वो बुलवा देना है। मेरी औकात नहीं, मैं ना मैनू बोलना आंदा, ना मैं मैनू कुछ नहीं पता है। कहते हैं ना कोई किताबां पढ़िया, मैं कदे नहीं कोई किताब पढ़ी, कदे कोई कहते ना ज्ञान। ਹੁਣ ਗਿਆਨ ਦਾ ਦੇਖੋ, ਕਹਿੰਦੇ ਗੁਰੂ ਜੀ ਸਾਡੇ ਇੱਕ ਪ੍ਰਕਾਸ਼, ਗੁਰੂ ਜੀ ਸਾਡੇ ਇੱਕ ਲਾਈਟ। ਕਹਿੰਦੇ ਰੱਬ ਦਾ ਕੋਈ ਰੂਪ ਨਹੀਂ, ਰੱਬ ਦਾ ਕੋਈ ਸਵਰੂਪ ਨਹੀਂ, ਰੱਬ ਇੱਕ ਲਾਈਟ। ਲਾਈਟ ਕਿਆ ਦਰਸਾਉਂਦੀ ਹੈ? ਕਹਿੰਦੇ ਉਹ ਲਾਈਟ ਆਈ ਸਦੀਆਂ ਚਾਹੁੰਦੀ ਹੈ, ਉਹ ਸਭ ਨੂੰ ਉਹ ਰਾਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਰੋਸ਼ਨੀ ਚ ਜਿਹੜਾ ਫੋਲੋ ਕਰ ਪਾਇਆ, ਜਿਹੜਾ ਫੋਲੋ ਕਰ ਰਿਹਾ ਜਾਂ ਕਰ ਪਾਇਆ, ਉਹ ਆਪਣਾ ਮਕਸਦ ਤੱਕ ਪਹੁੰਚ ਜਾਏਗਾ। ਜਿਹੜਾ ਨਹੀਂ ਕਰ ਪਾਇਆ ਫਿਰ ਉਹ ਨੇੜੇ ਦੇ ਨੇ। ਉਹ ਲਾਈਟ ਫਿਰ ਵਾਪਸ ਜਿਹੜੀ ਸੀ ਪ੍ਰਕਾਸ਼ ਦੇ ਵਿੱਚ ਚਲੀ। ਲਾਈਟ ਨੂੰ ਹੁਣ ਕਈ ਕਹਿੰਦੇ ਹੈ ਜੋਤ, ਕਈ ਕਿਆ ਕਹਿੰਦੇ ਨਹੀਂ, ਐਸਾ ਨਹੀਂ ਹੈ। ਲਾਈਟ ਦਾ ਮਤਲਬ ਜਿਹੜਾ ਹੈ ਇੱਕ ਪ੍ਰਕਾਸ਼ ਜਿਹੜਾ ਹੈ ਉਹ ਗਿਆਨ। ਉਹ ਉਹਨਾਂ ਨੇ ਉਹ ਹਰ ਜਗ੍ਹਾ ਦੇ ਉੱਤੇ ਉਹ ਗਿਆਨ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ। ਜੋ ਵੀ ਜੀਵ ਆਇਆ ਕਹਿੰਦੇ ਉਹ ਸਾਧਾਰਨ ਹੈ, ਜੋ ਇਸ ਸ੍ਰਿਸ਼ਟੀ ਚ ਆ ਗਿਆ ਸਾਰੀ ਆਇਆ, ਉਹ ਵੀ ਸ੍ਰਿਸ਼ਟੀ ਦੇ ਨਿਯਮ ਨੂੰ नहीं चेंज कर सकता, लेकिन गुरु जी ने उस सृष्टि के नियम ਨੂੰ भी चेंज करके दिखाया। क्यों? क्योंकि नहीं तो कहते वो मानना ही नहीं, थोड़ा जिहा हल्का जिहा था। लेकिन कई ऐसे जेड़े हमेशा कहते थे फिर थोड़े टाइम बाद फिर उदा दे उदा ही, थोड़े टाइम की खुशी मिल गई फिर उदा दे उदा ही। इसलिए कहते थे, कहते कोई भी चीज नू जिद मत करो, जबरदस्ती मत मंगो। जबरदस्ती मंगी हुई चीज साडे को ज्यादा नहीं रुके, थोड़े समय दे लई जरूर ओ, क्योंकि असी गुरु जी नू जरूर थोड़ा मजबूर कर दांगे अपने स्नेह च, अपने प्यार दे विच, अपनी जिद दे विच कि भी सानू ये दे दिओ, सानू ये दे दिओ। मिल जरूर जाएगी लेकिन वो थोड़े समय दे लई फिर वो चीज। इसलिए कहंदे जबरदस्ती मत करो। जिहड़ी चीज दी सानू जरूरत है, उन्हां नू पता है वो चीज सानू ब्लैस होंदी चले जा रही। इस समय अगर जे मैनू जेड़ी चीज की जरूरत है मैनू ब्लैस हो रही है, लेकिन अगर जे अंदरों मेरी इच्छा जेड़ी जिन्हें कहते इच्छा मार ली, और वो इच्छा मारन दे वो अपना जेड़ा है हमेशा उस तरफ इशारा करते। सो जब नहीं समझ पाए तो फिर अल्टीमेट लास्ट दे विच संगत नू हाँ भी किदां ब्लैसिंग लैन आया, हाँ मैनू पता जी बैठ ध्यान ला, लंगर करो, लंगर कराना। ध्यान लगन तो बाद हाँ लग गया ध्यान, क्या क्या देखिया, क्या हाँ मैनू पता जेड़ा देखिया तू तेरा तेरा ध्यान सब पता था, सब ट्रांसफर। लंगर कराना फिर बाद च दस्सिया उन्होंने, कहते संगत समझती थी कि भी संगत तो वैसे भी नहीं इन्ना ज्यादा, क्योंकि दुनियादारी का सोच थी ना, सोच साडे लोगों की सोच दुनियादारी थी, लेकिन उन्होंने सोच देखो क्या ये दुनिया असी उन्होंने भी सोच रहे हैं कि वो भी साडी तरह आम। फिर उन्होंने क्या कहते, तीन जी अगर जे इन्हां नू बाहर मिल जान, तीन जी तो ये गुरु नू गुरु नहीं और रब नू रब नहीं मन। जी केड़े केड़े कहते, एक डॉक्टर, एक वकील और एक खजान। एक डॉक्टर, एक वकील, एक खजान। कहते जेड़े भी आंदा है, जो उन्होंने इशारे किते अगर जे असी उस देख लिया उन्होंने कि मोस्टली असी नहीं, असी तो अपनी चला रहे हैं, कोई ऐसा नहीं है उन्होंने सानू मोड़ना। देखो प्रभु की भगती दे विच हुण असी कई बार कहने हैं कि यार गुरु दर दे उत्ते आके भी ते जिहड़ी है वृत्ति चेंज नहीं हुई। वृत्तियां तो ही ना जेड़ा सानू भटकाओ कितना पंडितां ने, मैं किसी समुदाय का नाम नहीं, क्योंकि बुरा ना मन्ने कोई भी, क्योंकि जो जो ठेकेदार समाज का बनया उन्हें अपने हिसाब के नाल भटकाव कर दिता। कहते दो वृत्तियां ना हमेशा, एक देव वृत्ति और एक राक्षस वृत्ति। देव वृत्ति ਨੂੰ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈ ਆਪਣਾ ਜਿਹੜਾ ਅਲੱਗ ਜਿਹੜੀ ਰਾक्षस वृत्ति है वो देव वृत्ति मीन पॉजिटिव थिंकिंग, राक्षस वृत्ति नेगेटिव सोच, जिन्हें आप भी अपनी वजह ਨਾਲ दूसरे ਨੂੰ तकलीफ ही देनी है।
ਔਰ ਦੋਨੋਂ ਵ੍ਰਿਤੀਆਂ ਜਿਹੜੀਆਂ ਉਹਨੂੰ ਜਿਹੜਾ ਹੈ ਆਪਣਾ ਰਾਮਲੀਲਾ ਬਣਾ ਕੇ ਦੱਸ ਦਿੱਤਾ, ਕਿਸੇ ਦਾ ਰਾਖਸ਼ ਦੇ ਦੰਦ ਵੱਡੇ ਵੱਡੇ ਕੱਢ ਦਿੱਤੇ, ਉਹ ਕਰ ਦਿੱਤੇ, ਇਹ ਸਾਰਾ नहीं, लेकिन ऐसा नहीं है, लेकिन वो सोच है एक अच्छी और एक बुरी सोच। अगर जे अच्छी सोच वाला बंदा हमेशा पॉजिटिव रहेगा। अच्छा, दोनों ही सोच दे जेड़े जीन, दोनों सोच दी संगत जेड़ी है अपने भोलेनाथ जी दी भगत है या शिव भगत राक्षस नहीं होए। पूरे सारा ये सब नहीं देखा तुसी कि वर के वरदान ले, मैं तेरे उत्ते अजमाना, पहले अपना दौड़े शिव जी ਨੂੰ ਹੀ पसंद करदा मैं। इदां दी सोच भी है। तो फिर ਅਸੀਂ क्या सोचते हैं कि शायद अगर जे ਉੱਥੇ ਆ ਕੇ ਪੋਜ਼ਿਟਿਵ ਬੁਰੇ ਵਾਲੇ ਵੀ ਹਨ, ਬੁਰੇ ਅਗਰ ਜੇ ਆਂਦੇ ਨੇ ਉਹ ਆਪਣੀ ਬੁਰਾਈ ਨੂੰ ਦੂਰ ਕਰ ਲੈਣ ਤਾਂ ਉਹ ਵੀ ਅੱਛਾਈ ਦੇ ਵਿੱਚ ਆ। तो ਕਹਿੰਦੇ ਜੋ ਵੀ ਆਂਦਾ ਹੈ ਇੱਥੇ ਸਿਰਫ ਜਿਹੜਾ ਹੈ ਨਾ ਕੋਈ ਆਪਣੀ ਬਿਮਾਰੀ, ਕੋਈ ਘਰ ਦੀ ਬਿਮਾਰੀ, ਕੋਈ ਬਾਹਰ ਦੀ ਬਿਮਾਰੀ ਕਹਿੰਦਾ ਹੈ। ਹਾਲਾਂਕਿ ਮੈਨੂੰ ਸਭ ਪਤਾ ਹੈ ਕਿ ਇਹਨੂੰ ਕੀ ਚਾਹੀਦਾ, ਉਹ ਬਲੈਸ ਹੋਏਗਾ, ਲੇਕਿਨ ਆਪਣੇ ਮੂੰਹੋਂ ਕਹਿੰਦਾ। ਉਹਨਾਂ ਨੇ ਦੇਖਿਆ ਕਿ ਇੱਥੇ ਆ ਕੇ ਵੀ ਜਿਹੜਾ ਹੈ ਵਿਸ਼ਵਾਸ ਨਹੀਂ ਜਗਦਾ ਇਹਨਾਂ। ਦੂਸਰੇ ਕਹਿੰਦੇ ਵਕੀਲ, ਕਹਿੰਦੇ ਕੋਈ ਘਰ ਦਾ ਝਗੜਾ, ਕੋਈ ਬਾਹਰ ਦਾ ਝਗੜਾ, ਕੋਈ ਕਿਹਦਾ ਆਪਣਾ ਮੇਰੇ ਝਗੜੇ ਹੋ ਗਏ ਦੂਰ ਕਰਾ ਦਿਓ, ਇੱਦਾਂ ਦੀ ਹੁੰਦੇ ਤੇ ਮੰਗਦੇ ਤੇ ਸਾਡੇ ਸਾਹਮਣੇ ਦੀਆਂ ਗੱਲਾਂ। ਤੀਸਰੇ ਕਹਿੰਦੇ ਖਜ਼ਾਨਚੀ ਪੈਸਾ, ਬੋਲਦੇ ਕਹਿੰਦੇ ਹਰ ਕੋਈ ਛਾਂ ਹੀ ਮੰਗਦਾ ਹੈ, ਛਾਂ ਤਾਂ ਤੁਹਾਨੂੰ ਮਿਲ ਜਾਊਗੀ। ਐਗਜ਼ੈਕਟ ਇਦਾਂ ਹੀ ਹਰ ਕੋਈ ਛਾਂ ਹੀ ਮੰਗਦਾ ਹੈ, ਛਾਂ ਤਾਂ ਤੁਹਾਨੂੰ ਮਿਲ ਜਾਏਗੀ। ਕਦੇ ਪੇੜ ਦੇ ਪੱਤਿਆਂ 'ਚ ਛੁਪ ਕੇ, ਕਦੇ ਤਣੇ 'ਚ ਛੁਪ ਕੇ, ਲੇਕਿਨ ਪੇੜ ਨੂੰ ਕੋਈ ਮੰਗਦਾ ਹੀ। ਹਰ ਕੋਈ ਆਪਣੇ ਸੁੱਖਾਂ ਦੇ ਪਿੱਛੇ ਹੀ ਪਿਆ ਹੋਇਆ ਹੈ, ਮੈਨੂੰ ਇਹ ਸੁੱਖ, ਮੈਨੂੰ ਉਹ ਸੁੱਖ, ਮੈਨੂੰ ਉਹ ਕੁਝ। ਗੁਰੂ ਦੇ ਨਾਲ ਕਿਸੇ ਨੂੰ ਕੋਈ ਮਤਲਬ ਹੀ ਨਹੀਂ। ਅੱਜ ਗੁਰੂ ਜੀ ਦੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ, ਉਦੋਂ ਵੀ ਨਹੀਂ ਮਤਲਬ था। ਜਿਹਨੂੰ ਮਤਲਬ ਹੈ ਉਹ ਆ ਕੇ ਜਿਹੜਾ ਹੈ ਜਤਾਂਦਾ ਨਹੀਂ ਹੈ। ਸੋ ਕਹਿੰਦੇ ਅੱਜ ਸਾਖਸ਼ਾਤ ਦੇਖੋ ਸਾਹਮਣੇ ਦਰਬਾਰ ਲੱਗਿਆ ਹੋਇਆ, ਜਿੰਨੀ ਸੰਗਤ ਜੁੜੀ ਹੋਈ ਹੈ, ਆਪਣੀਆਂ ਸਾਰੀਆਂ ਜਿਹੜੀਆਂ ਤਕਲੀਫਾਂ, ਤਕਲੀਫ ਨਾਮ ਦੀ ਕੋਈ ਚੀਜ਼ ਨਹੀਂ ਹੈ ਜਿਹਨੂੰ ਜਿਹੜਾ ਗੁਰੂ ਸੰਗਤ 'ਚ ਹੈ ਉਹਨੂੰ ਕੋਈ ਤਕਲੀਫ ਨਹੀਂ। ਤਕਲੀਫ ਸਿਰਫ ਇਨਸਾਨ ਆਪਣੇ ਜਿਹੜੇ ਦਿਮਾਗ ਦੀ ਉਪਜ ਹੈ, ਹੋਰ ਕੁਝ ਨਹੀਂ। ਆਪਣੀ ਸੋਚ ਦੇ ਸੁੱਖ ਨੂੰ ਦੇਖ ਕੇ ਤਕਲੀਫ ਆ ਜਾਂਦਾ, ਕੋਈ ਕਿਸੇ ਨੂੰ ਕੋਈ ਤਕਲੀਫ ਨਹੀਂ ਹੈ ਇਸ ਦੁਨੀਆ ਦੇ ਵਿੱਚ। ਕਹਿੰਦੇ ਜੋ ਜਿੱਦਾਂ ਜਿਹਦੇ ਕੋਲ ਜੋ ਹਿਸਾਬ ਆ ਉਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਜਿੰਨੀ ਚੱਤਰ ਉਹਨਾਂ ਪੈਰ ਪਸਾਰ ਕੇ ਬੰਦਾ ਚਲੇ ਤਾਂ ਬਹੁਤ। ਬਾਕੀ ਜੋ ਕੁਝ ਹੋਰ ਹੋਣਾ ਉਹ ਸਭ ਗੁਰੂ ਜੀ ਜਾਣਦੇ ਨੇ, ਉਹ ਗੁਰੂ ਜੀ ਆਪਣੇ ਆਪ ਸਭ ਜਿਹੜਾ ਹੈ ਸਹੀ ਕਰਦੇ ਚਲੇ। ਦੇਖੋ ਸਾਖਸ਼ਾਤ ਗੁਰੂ ਜੀ ਸਾਹਮਣੇ ਵਿਰਾਜਮਾਨ। ਅੱਜ ਗੁਰੂ ਜੀ ਨੂੰ ਹੀ ਗੁਰੂ ਜੀ ਕੋਲੋਂ ਮੰਗ ਕੇ ਲੈ ਜਾਓ, ਜਿਹਦੇ ਕੋਲ ਗੁਰੂ ਜੀ ਨੂੰ ਕਿਸ ਚੀਜ਼ ਦੀ ਜ਼ਰੂਰਤ। ਸੋ ਬਹੁਤ ਬਹੁਤ ਵਿਸਾਖੀ ਦੀਆਂ ਵੀ ਮੈਂ ਥੋੜਾ ਵਿਸਾਖੀ ਦੀਆਂ ਵੀ ਬਹੁਤ ਬਹੁਤ ਵਧਾਈਆਂ। ਇਸ ਮੰਦਿਰ 'ਚ ਵੀ, ਵੱਡੇ ਮੰਦਿਰ 'ਚ ਸਭ ਤੋਂ ਪਹਿਲਾ ਫੰਕਸ਼ਨ ਵੱਡਾ ਜਿਹੜਾ ਹੋਇਆ ਤਾਂ ਗੁਰੂ ਜੀ ਦੇ ਸਮੇਂ ਵਿਸਾਖੀ ਦਾ ਹੀ ਹੋਇਆ ਤਾਂ ਪਹਿਲਾ ਫੰਕਸ਼ਨ। ਔਰ ਇਹ ਬਹੁਤ ਵੱਡਾ ਤਿਉਹਾਰ। ਔਰ 4 ਜਿਹੜੇ ਫੰਕਸ਼ਨ ਗੁਰੂ ਜੀ ਦੇ ਸਮੇਂ ਤੇ ਵਿਸਾਖੀ, ਗੁਰੂ ਪੂਰਨਿਮਾ, ਸ਼ਿਵਰਾਤਰੀ, ਗੁਰੂ ਜੀ ਦਾ ਜਨਮ ਦਿਨ। ਸਾਡੇ ਲਈ ਤਾਂ ਮਤਲਬ ਇਹ ਪਾਵਨ ਜਿਹੜੇ ਪਰਵ ਨਹੀਂ ਬੋਲਾਂਗੇ ਕਿ ਅਸੀਂ ਤਾਂ ਗੁਰੂ ਜੀ ਵਾਲੇ ਆ, ਆਪਣਾ ਜਿਹੜਾ ਸਾਰੇ ਆਪਣਾ ਰਲ ਮਿਲ ਕੇ। ਔਰ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਦੱਸੇ ਮਾਰਗ ਦੇ ਉੱਤੇ ਥੋੜਾ ਥੋੜਾ, ਬਹੁਤ ਜ਼ਿਆਦਾ ਤਾਂ ਨਹੀਂ ਚੱਲ ਪਾਉਂਦੇ, ਲੇਕਿਨ ਜਿੰਨਾ ਕੋਸ਼ਿਸ਼ ਕਰੀਏ ਅਸੀਂ ਚੱਲੀਏ ਉਹਨਾਂ ਦੇ ਦੱਸੇ ਮਾਰਗ ਦੇ ਉੱਤੇ। ਸਰੀਰ ਦੇ 2 ਹਿੱਸੇ ਕਰਤੇ ਉਹਨਾਂ, ਇੱਕ ਲੈਫਟ ਇੱਕ ਰਾਈਟ। ਜਿੱਦਾਂ ਜਿੱਦਾਂ ਮੈਨੂੰ ਯਾਦ ਆਉਂਦਾ ਰਹੇਗਾ ਉਦਾਂ ਮੈਂ ਤੁਹਾਨੂੰ ਬੋਲਦਾ ਰਹਾਂ। ਕਹਿੰਦੇ ਸੌਰੀ, ਸੱਜਾ ਹਿੱਸਾ ਦਿਆਲ ਦਾ, ਖੱਬਾ ਹਿੱਸਾ ਕਾਲ ਦਾ। ਖੱਬੇ ਹਿੱਸੇ ਦੇ ਨਾਲ ਕਹਿੰਦੇ ਪੈਰਾਲਿਟਿਕ ਅਟੈਕ, ਹਾਰਟ ਅਟੈਕ, ਇਹ ਸਾਰੇ ਖੱਬੇ ਤਰਫ ਤੋਂ ਜਾਂਦਾ ਹੈ। ਸੱਜੇ ਕੋਈ ਵੀ ਦਾਨ, ਚਾਹੇ ਖੱਬੇ ਵਾਲਾ ਵੀ ਆ, ਉਹ ਵੀ ਸੱਜੇ ਨਾਲ ਦਾਨ ਕਰਦਾ ਹੈ, ਇਸ ਲਈ ਦਿਆਲ ਦਾ ਬੋਲਿਆ। ਲੇਕਿਨ ਗੁਰੂ ਜੀ ਹਮੇਸ਼ਾ ਜਿਹੜਾ ਦਾਨ ਕਰਵਾਉਂਦੇ ਤੇ ਖੱਬੇ ਹੱਥ ਨਾਲ ਕਹਿੰਦੇ ਤੇ ਖੱਬੇ ਹੱਥ ਨਾਲ ਦਾਨ ਕਰਿਆ ਕਰੋ, ਖੱਬੇ ਹੱਥ ਨਾਲ। ਕਾਲ ਤੇ ਵੀ ਪਤਾ ਆਪਣੇ ਅੰਦਰ 100 ਕੌਰਵ ਪੈਦਾ ਕਰ ਲੈਂਦੇ ਆ, 5 ਪਾਂਡਵ ਨਹੀਂ ਪੈਦਾ ਕਰ ਸਕਦੇ। 100 ਕੌਰਵ ਮਤਲਬ 100 ਬੁਰਾਈਆਂ, 5 ਪਾਂਡਵ, 5 अच्छाई। तो अपने अंदर अच्छाई अच्छाई ਅਸੀਂ, ਕਿਉਂਕਿ ਗੁਰੂ ਜੀ ਦਾ ਉਹੀ ਥਾ ਕਿ ਇੱਕ
परिवार बनाया, एक गुरु परिवार, एक गुरु जी का बनाया हुआ परिवार है। एक दूसरे की कदर करना, एक दूसरे नूं जिहड़ा है, क्यों? क्योंकि हर जी दे अंदर गुरु जी का वास है। वो आत्मा जिहड़ी हर चीज है। मैं बैठे बैठे अगर जे मैं अंकल की बुराई करा, आंटी की बुराई करा, इसका मतलब मैं अपने गुरु जी की बुराई करता, क्योंकि मेरे अंकल दे अंदर भी और आंटी दे अंदर भी गुरु जी हैं, गुरु जी का वास है। कि मैं क्यों निंदा करा, क्यों? और इन्ना आपस दे विच गुरु संगत दा इन्ना स्नेह होवे, इन्ना प्यार होवे आपस दे विच। और जद जद भी आओ या जिथे भी बड़े मंदिर जरूर जाओ, क्योंकि बड़े मंदिर दियां ब्लैसिंगां जिहड़ियां वो ऐसी पावर है उस जगह ਦੇ ਉੱਤੇ। देखो ਅਸੀਂ कुछ भी मन ਦੇ ਵਿੱਚ ਲੈ ਕੇ ਜਾਈਏ, ਜਦੋਂ ਟੀ ਪੁਆਇੰਟ ਦੇ ਉੱਤੇ ਪਹੁੰਚਦੇ ਹਾਂ, टी पॉइंट तो जिदा ही लैफ्ट मुड़ के अंदर मंदिर की तरफ जाते हैं, एक 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 करके वो बुराई जिहड़ी साडी जो सोच दी सोच है, जिहड़ी नेगेटिव जिहड़ी अप्रोच खत्म होंदी चले जाती। ਜਦੋਂ मंदिर दे जिदा ही सानू शिवलिंग नजर आ जाते हैं, समझ लो एकदम जिहड़ा अपना शरीर ही जिहड़ा ना अपना अंदर दी सोच जिहड़ा अलग ही होंदी, हर चीज भुल जाती है। तो उत्थे गुरु जी का वास है। लेकिन एक चीज जरूर याद रखना, गुरु जी बोलते थे कि जिस जगह मैं वो मंदिर, जे मैं उत्थे नहीं तो एक सिंपल कार। इनू अगर जे समझो तो बहुत लंबी गल। गुरु जी उसी जगह, जिस जगह ते गुरु जी का प्रोटोकॉल, जिस जगह गुरु जी दे दस्या मार्ग, या जिस जगह गुरु जी की सेवा, या जिस जगह गुरु जी का आज्ञा का पालन हो रहा है, जो वो चाहते थे, जदों उस जगह नू असी कुछ अलग जगह लैके चले जान, तो समझ लो उस जगह की गुरु जी नहीं, उत्थे ब्लैसिंग फिर खत्म, वो फिर सिंपल करता है। इसलिए असी उन्हां दे दस्से मार्ग और उन्हां दी कदे अवज्ञा ना करिए। असी अगर जे कह रहे हैं असी गुरु जी वाले हैं, तो असी गुरु जी वाले बन के, जय गुरु जी, जय गुरु जय। शुक्राना अंकल, इतनी प्यारी प्यारी बातें इतने प्यार के साथ आपने हमें समझाई हैं, सुनाई हैं गुरु जी की। मैं कुछ नहीं समझाई, मैं नहीं समझा सकता। मैं तो एक सिंपल ये सब गुरु जी का जिहड़ा है ना, उन्हां दा आशीर्वाद सब ओही बुलवारे न, सब ओही उन्हां दे दस्से मार्ग अगर जे देखो अपना लांगे जीवन दे विच, ਅਸੀਂ ਕਹਿ ਤਾਂ ਜ਼ਰੂਰ ਰਹੇ ਕਿ ਅਸੀਂ ਗੁਰੂ ਜੀ ਵਾਲੇ, ਲੇਕਿन ਅਸੀਂ ਬਣ ਕੇ ਥੋੜਾ ਜਿਹਾ ਅਗਰ ਜੇ ਜ਼ਿਆਦਾ ਨਹੀਂ ਤਾਂ ਕਮ ਸੇ ਕਮ 1-2% ਤਾਂ ਬਣ ਕੇ ਦੇਖ ਲਈ ਆਪਣੇ ਆਪ। ਫਿਰ ਕਹਿੰਦੇ ਕਹਿੰਦੇ ਤੂੰ ਇੱਕ ਕਦਮ ਤਾਂ ਚੱਲ, ਮੈਂ ਆਪਣੇ ਆਪ ਤੈਨੂੰ ਆਪਣਾ ਤੇਰੀ ਮੰਜ਼ਿਲ ਦੇ ਉੱਤੇ ਲੈ ਕੇ ਚੱਲ। ਉਹ ਕਦਮ ਤਾਂ ਵਧਾਈਏ ਕਮ ਸੇ ਕਮ, ਲੇਕਿन ਅਸੀਂ ਤਾਂ ਹੋ ਕੇ ਵੀ ਕਦਮ ਨਹੀਂ ਵਧਾਉਂਦੇ। सेवा मिली, कोऑर्डिनेटर हो गए या वटएवर किसी भी जगह पे, हम मैं किसी तरफ इशारा नहीं कर रहा। सेवा मिली, ये बन के वो बन के सब, क्योंकि सेवा गुरु जी ही दे रहे हैं। सेवा कहते मैं ही तेरे को करवा रहा, क्योंकि क्यों तू ऐसा कोई कर्म कर देता हो, सेवा के जरिए मैं तेरे कर्म कटा रहा, क्योंकि सेवा करना जिहड़ी है बड़ी मुश्किल दे नालों। लेकिन सेवा करते करते सेवा भाव दे नाल ही सेवा रखी। सेवा भाव किद्दां हुंदी है? नम्रता दे नाल, झुकाव दे नाल। जिन्नी ज्यादा नम्रता, जिन्ना झुकाव, उन्ना तू मेरे 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 कोल ही रहेगा। वो नम्रता जिहड़ी है ना, वो सेवा भाव जिहड़ा तेरा उहदे च हिटलर शाही ना करियो। हिटलर बन गया ਤਾਂ मेरी संगत का दिल दुखाऊंगा। मेरी संगत मैनू बहुत अजीज, जे मेरी संगत का दिल दुख गया, मेरी संगत मतलब हर जी च गुरु जी, मेरी संगत का दिल दुख गया तो मेरे तो माड़ा कोई नहीं। फिर तेनू कर्म, फिर तेनू जेड़ा है, फिर जेड़ा है दुनिया लाइक, फिर तेनू जेड़ा है, चाहे तू आंदा भी रहे, चाहे कुछ भी करता रहे, दिखावे दे लिए तू कुछ भी करता रहे। दुनिया ते कहंदे ना, बंदा दिखावे दे लिए बड़ा सुखी, मैं बड़ा सुखी, मैं सुखी। हुण हर जी नू पता है, अंदरों पता है कि मैं कितना सुखी है। तो ऐसा ना करिए ਜਿਹਦੇ ਨਾਲ ਦਿਖਾਵਾ ਕਰਨਾ ਪਵੇ। ਕਹਿੰਦੇ ਨਾ ਆਪ ਅੰਦਰੋਂ ਤ੍ਰਿਪਤ, ਅਸਲੀ ਆਸ਼ੀਰਵਾਦ ਉਹੀ ਜਿਹੜਾ ਕਹਿੰਦੇ ਅੰਦਰੋਂ ਤ੍ਰਿਪਤ ਹੈ। ਅੰਦਰੋਂ ਜਿਹੜੇ ਜਿਹਨੂੰ ਕੋਈ ਨਿਰੋਗੀ ਕਾਇਆ, ਕਿਸੇ ਦਾ ਕੁਝ ਦੇਣਾ ਨਹੀਂ, ਸਿਰਫ ਅੰਦਰ ਜਿਹੜਾ ਹੈ ਗੁਰੂ ਜੀ ਭਜਣਾ, ਉਸ ਤੋਂ ਜ਼ਿਆਦਾ ਭਾਗਿਆਸ਼ਾਲੀ ਹੋਰ ਕੋਈ क्या हो सकता।
ਔਰ ਮੋਰ ਓਵਰ ਸਭ ਤੋਂ ਵੱਡੀ ਗੱਲ, ਰੁਦਰਾਕਸ਼, ਇਹਦੀ ਮਾਲਾ ਦਾ ਅਸੀਂ ਜਾਪ ਕਰਦੇ ਹਾਂ। 108 ਰੁਦਰਾਕਸ਼ ਦੀ ਮਾਲਾ ਦਾ ਜਾਪ। ਹੁਣ ਰੁਦਰਾਕਸ਼ ਦਾ ਮਤਲਬ ਜਿਹੜਾ ਹੈ ਇਹਦਾ ਬਹੁਤ ਡੀਪ, ਰੁਦਰ ਮਤਲਬ शिव, अक्ष मतलब अक्ष है, अक्ष भी है, अक्ष अपना छाव, अक्ष अखा, जेड़ा उन्हां दे हिसाब दे नाल चलेगा उन्हों ये बड़ा डीप है, ज्यादा टाइम लग जाएगा, लेकिन शॉर्ट दे विच मैं तुहानू जेड़ा उन्हां दे हिसाब दे नाल चलेगा उन्हों उस माला दे विच एक रुद्राक्ष दी एक मणका बना के रख लेंगे। रुद्राक्ष दा मणके दा मतलब ये नहीं है अपनी अख दा प्यारा, रुद्र मतलब शिव, अख दा प्यारा, शिवा दी अख दा प्यारा। 108 दा मतलब 108 नहीं है। मैं मेरे को पहले हमेशा अधूरी गल करवांदे, लेकिन बाद दे विच मेरे पूरी करवांदे। रुद्र मतलब शिव, अक्ष अख ओ शिव जी दा प्यारा, जेड़ा उन्हां दी अखां दा प्यारा, उन्हों कदे कुछ नहीं होण दिंदे। अगर जे जेड़ा अवज्ञा कीते ओदे लई फिर तीसरी अख जेड़ी है वो भी है, तीसरी अख भी है, वो भी अक्ष है अपना जेड़ा। सो इदां बनना केड़ी कई संगत ऐसी हुंदी है, आंदी है, आके जेड़ी है तृप्त होके चले जाती है, खुश होके जाती है। क्यों? क्योंकि वो उन्हों उस जगह दे विच अमूमन क्या होंदा है कि एक अच्छाई की, एक अच्छाई करके उन्होंने असीं पूरी जिंदगी जता देंगे हैं कि आंटी ने मेरे लिए अच्छा किया या अंकल ने मेरे लिए अच्छा किया, या मतलब मैं नहीं बोलांगा, तुसी बोलोगे कि मैं अंकल दे लिए किया, मैं अंकल दे लिए किया, लेकिन उहदे पिछे पता नहीं कई सौ बुराइयां जिहड़ियां कीतियां वो कदे नहीं दसियां। कहंदे जेड़े अपनी बुराइयां नूं दसदे और उन्हां नूं दूर करन दी कोशिश करे ਉਹੀ मेरा अजीज है, ये नहीं। और फिर कहते कहते वो जेड़ा शिव जी दी जेड़ा अपना प्यारा एक कर्म करन वाला नहीं है, क्योंकि जिन्ना श्वास है अखीर तक असी अच्छा ही कर, अच्छे कर्म ही करने न। माड़ा जिथे असी जेड़ा असी 10 साल अच्छाई कर ली, 11वें साल किसी पल असी जेड़ा एक बुराई कर ली, वो फिर 10 साल दा जेड़ा है असी पानी फेर उस असी भुगतांगे। लेकिन वो 10 साल जो अच्छा किया है वो ही साडा जेड़ा अच्छाई दे उहदे च रहेगा, उहदे च ये नहीं कि बुराई तो सब कुछ यार भुगतांगे क्या, उहदा पश्चाताप सानू करना ही पेगा। वो पश्चाताप जदों हो जाएगा गुरु जी करवान, उन्हां दी शरण अगर जे असी हाँ, लेकिन गुरु जी वाले मेरे हिसाब दे नाल बहुत ज्यादा जेड़े वाकई च गुरु जी वाले जेड़े कहंदे सन मुट्ठी भर संगत, कहंदे ते मुट्ठी भर संगत, उहदे च भी फिर अलग-अलग एक मुख्तलिफ विचार है हर किसी दे, अलग-अलग। उन्हां दा कहना कुछ था, असी कर कुछ रहे हैं। मुट्ठी भर संगत उन्हों बई जो मुट्ठी भर संगत दा भी इत्थे अलग बोलिया गया। हुण ਇਹਦੇ ਚ ਜਿਹੜੇ ਕਹਿੰਦੇ ਬਹਿ ਕੇ ਆਪਣਾ ਜਿਹੜੇ ਬਹਿ ਕੇ ਚਾਰ ਬੰਦੇ ਕੋਲ ਬਹਿ ਕੇ ਉਹ ਆਪਣਾ ਜਿਹੜਾ ਨਾਲ ਜਿਹੜੇ ਆਪਣਾ ਜਿਹੜਾ ਰਹੇ ਜਾਂ ਕੁਛ ਇਦਾਂ ਜਾਂ ਕੁਛ ਐਸਾ ਨਹੀਂ ਹੈ। ਜਿਨ੍ਹਾਂ ਨੂੰ ਉਹ ਸਮਝ ਪਾਏ, ਗੁਰੂ ਜੀ ਨੂੰ ਜੋ ਸਮਝ ਪਾਇਆ ਔਰ ਉਹਨਾਂ ਦੇ ਦੱਸੇ ਮਾਰਗ ਦੇ ਉੱਤੇ ਚੱਲ ਕੇ ਆਪਣੇ ਅੰਦਰ ਜਿਹੜਾ ਉਹਨਾਂ ਨੇ ਉਹ ਇੱਕ ਜਿਹੜੀ ਤ੍ਰਿਸ਼ਨਾ ਖਤਮ ਕੀਤੀ। ਔਰ ਸਭ ਤੋਂ ਵੱਡੀ ਗੱਲ अपना जेड़ा मकसद समझ पाए, वो तो हर इशारे दे उत्ते एक एक जगह दे उत्ते जेड़ा है उन्होंने इशारा किया कि ए तेरे लिए अच्छा, ए तेरे लिए बुरा, ए तेरे लिए। असी अगर जे समझ पाए और देख लेंदे ते फिर वो कहंदे थे कि यही मुट्ठी भर संगत, कहंदे संगत हुण किहड़ी मुट्ठी भर है, कहंदे जेड़े आंदे ना दिमाग लगांदे वो बड़े भैड़े। संगत दे विच आके दिमाग लगाना, दिमाग कौन लगांदा है? कहंदे पॉलिटिशियन। जल्दी जल्दी मैं गुरु नूं पा ला, जल्दी जल्दी मैं अच्छा बन जा, मेरे VIP ट्रीटमेंट हो जाना, मैनूं ये हो जाए, अपना ये करना, मैं वो कर ला। वो नहीं, वो कुछ नहीं है, वो सिर्फ अपने आप नूं धोखा दे रहे हैं। आओ जी फलाने अंकल जी, फलानी आंटी जी, हाँ जी, जाके 10 अंकलों ने या 10 आंटियां ने जय गुरु जी 10 अपना 50-100 के सामने बोल दिता तो कहते हाँ मैं बड़ा अच्छा, मैं बड़ा ना। गुरु जी दे लिए अच्छा नहीं।
और दिमाग लगा के जो पॉलिटिशियन अपना शॉर्टकट को बुरा मानते थे, शॉर्टकट मारना। दूसरा कहते हर कोई कहता मैं तो दिल तो मानना, कहते दिल तो भैड़ा कोई है ही नहीं। मिल जाए तो जय गुरु जी, नहीं मिले तो किसी होर को चल जाए, कोई होर गुरु देख लेना। कहते मेरी असली मुट्ठी पर संगत ओही जेड़ी आत्मा, जेड़ा मैं अंश हां तुहाडे अंदर, ओही जेड़ा मेरे नाल जुड़े आत्मा नाल। कदे करके देखना, दिमाग लगाओ या कुछ दिल या कुछ इदा सामने, कदे भी वो भाव नहीं आएगा अंदर, जिदा ही आत्मा दा उस परमात्मा दे नाल जिद्दा है। जरा जी अख बंद करके देखो और वो आत्मा नूं उहदे परमात्मा दे नाल मिलान दी कोशिश करो, अखां च अथरू आ जाणगे। ओही सच्चाई है, ओही गुरु जी दी मुक्ति पर। जय जय गुरु जी। ਤੁਹਾਡਾ टाइम ज्यादा मैं ले रहा मैं। नहीं नहीं अंकल, हम तो अभी और भी सुन सकते हैं। सो बिल्कुल आपने हमारा टाइम नहीं लिया, हम तो बहुत ब्लेस्ड फील कर रहे हैं सारी संगत अंकल। सो बहुत बहुत शुक्राना आपका भी और सारी नहीं संगत आपका जी का शुक्राना तो। नहीं, शुक्राना ऑलवेज गुरु जी बस। बिल्कुल बिल्कुल अंकल, बिल्कुल। गुरु जी का बहुत बहुत शुक्राना करते हुए ही गुरु जी से आज्ञा लेते हैं। सभी को नमस्ते, सभी को जय गुरु जी, जय गुरु जी। जय गुरु।